ਇਹ ਮੰਨਿਆ ਜਾ ਸਕਦਾ ਹੈ ਕਿ ਪਰਵਾਨਾ ਜੀ ਹੁਣਾਂ ਨੇ ਕਵਿਤਾ ਨਾਲੋਂ ਵਖਰੇਵਾਂ ਪੈਦਾ ਕਰ ਲਿਆ। ਕਵਿਤਾ ਭੁੱਲ ਹੀ ਗਈ ਕਿ ਤੁਸੀਂ ਜਿਹੜਾ ਮੋੜ ਕੱਟਿਆ ਉਹ ਕਾਮ ਸੰਬੰਧ ਜਿਹੜੇ ਆ ਔਰਤ ਅਤੇ ਮਰਦ ਦੇ ਉਹਨਾਂ ਵੱਲ ਜ਼ਿਆਦਾ ਹੋ ਰਿਹਾ। ਜੇ ਤਾਂ ਇੰਡਸਟਰੀ ਆ ਗਈ ਫਿਰ ਤਾਂ ਅਸੀਂ ਵਿਕਾਸ ਕਰ ਰਹੇ ਹਾਂ, ਜੇ ਤਾਂ ਪਿੰਡ ਤੱਕ ਸੜਕ ਬਹਿ ਰਹੀ ਹੈ ਫਿਰ ਅਸੀਂ ਵਿਕਾਸ ਕਰ ਰਹੇ ਹਾਂ। ਤੇ ਜੇ ਮੁੰਡੇ ਕੁੜੀਆਂ ਚੀਨ ਤਾਂ ਪਾ ਕੇ ਜਾਂ ਟੌਪ ਪਾ ਕੇ ਬਾਹਰ ਨੂੰ ਜਾਂਦੇ ਫਿਰ ਸਾਡੇ ਕੋਲ ਪੱਛਮੀ ਪ੍ਰਭਾਵ ਹੈ। ਪਰਵਾਨਾ ਜੀ ਸਟੂਡੀਓ ਵਿੱਚ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਧੰਨਵਾਦ ਤੁਹਾਡਾ ਵੀ। ਪਰਵਾਨਾ ਜੀ, ਅਸੀਂ ਸਭ ਤੋਂ ਪਹਿਲਾਂ ਸਾਹਿਤਕ ਜੀਵਨ ਵਿੱਚ ਜੁੜੀਆਂ ਗੱਲਾਂ ਨਾਲ ਸ਼ੁਰੂਆਤ ਕਰਾਂਗੇ। ਤੁਸੀਂ ਪਿੰਡ ਤੋਂ ਉੱਠ ਕੇ ਸ਼ਹਿਰ ਵੱਲ ਆਏ, ਪਿੰਡ ਤੋਂ ਉੱਠ ਕੇ ਪਰਵਾਨੇ ਤੱਕ ਦਾ ਸਫ਼ਰ ਤੁਸੀਂ ਕਿਵੇਂ ਸ਼ੁਰੂ ਕੀਤਾ? ਮੈਂ ਲਿਖਣ ਤਾਂ ਲਗਭਗ ਜਦੋਂ 10ਵੀਂ ਸੀ ਉਦੋਂ ਹੀ ਲੱਗ ਪਿਆ ਸੀ। ਜਦੋਂ ਕਾਲਜ ਗਿਆ ਤੇ ਮੈਂ ਪਹਿਲੀਆਂ ਰਚਨਾਵਾਂ ਕਾਲਜ ਮੈਗਜ਼ੀਨ ਲਈ ਦਿੱਤੀਆਂ। ਸਾਡੇ ਪ੍ਰੋਫੈਸਰ ਦਵਿੰਦਰ ਸਿੰਘ ਹੁੰਦੀ ਸੀ ਸਾਡੇ ਇੰਚਾਰਜ, ਤੇ ਜਦੋਂ ਉਹਨਾਂ ਨੂੰ ਕੁਛ ਰਚਨਾਵਾਂ ਦਿੱਤੀਆਂ ਤੇ ਉਹ ਕਹਿੰਦੇ ਆਪਣੇ ਨਾਂ ਨਾਲ ਕੋਈ ਉਪਨਾਮ ਲਾ ਲੈ, ਇਹ ਸਾਰੇ ਲੇਖ ਪਛਾਣ ਹੁੰਦੀ ਹੈ। ਤੇ ਮੇਰੇ ਤੋਂ ਇੱਕ ਸੀਨੀਅਰ ਮੁੰਡਾ ਹੁੰਦਾ ਸੀ, ਉਹ ਪਰਵਾਨਾ ਲਿਖਦਾ ਸੀ ਆਪਣੇ ਨਾਂ, ਕਵਿਤਾ ਮੈਂ ਲਿਖਦਾ, ਤੇ ਮੈਂ ਉਹਦੀ ਰੀਸੇ ਆਪਣੇ ਨਾਂ ਪਰਵਾਨਾ ਲਾ ਲਿਆ। ਤੇ ਇਉਂ ਫਿਰ ਜਿਉਂ-ਜਿਉਂ ਲਿਖਦਾ ਗਿਆ ਪਰਵਾਨਾ ਨਾਲ ਪੱਕਾ ਹੁੰਦਾ ਗਿਆ। ਕਈ ਵਾਰੀ ਤਾਂ ਹੁਣ ਹੈ ਵੀ ਕੁਛ ਲੋਕ ਤਾਂ ਉਸ ਦਾ ਬਲਵੀਰ ਕਰਕੇ ਘੱਟ ਜਾਣਦੇ, ਉਹਨੂੰ ਪਰਵਾਨੇ ਕਰਕੇ ਬਹੁਤੇ ਜਾਣਦੇ ਆ। ਇਹ ਸ਼ੁਰੂ ਹੋਇਆ। ਪਰਵਾਨਾ ਜੀ, ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਚੋਂ ਉੱਠ ਕੇ ਤੁਸੀਂ ਜਲੰਧਰ ਤੱਕ ਆਏ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ ਕਿਹੜੇ ਪਿੰਡ ਨਾਲ ਸੰਬੰਧਿਤ ਰੱਖਦੇ ਹੋ, ਔਰ ਉਸ ਤੋਂ ਬਾਅਦ ਕੀ ਤੁਸੀਂ ਕਿਹੜੀਆਂ ਮੁਸ਼ਕਿਲਾਂ ਜਿਹੜੀਆਂ ਸੀ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ? ਮੇਰਾ ਪਿੰਡ ਜੀ ਮਕੇਰੀਆਂ ਤਹਿਸੀਲ 'ਚ, ਹੁਸ਼ਿਆਰਪੁਰ ਜ਼ਿਲ੍ਹੇ ਦੇ ਮਕੇਰੀਆਂ ਤਹਿਸੀਲ 'ਚ ਇੱਕ ਬਚਵਾਈ ਇਲਾਕਾ ਪੈਂਦਾ, ਜਿੱਥੇ ਕਦੀ ਬਹੁਤ ਪਾਣੀ ਹੁੰਦਾ ਸੀ, ਛੰਮ ਹੁੰਦੇ ਸੀ। ਉਹਦਾ ਇੱਕ ਛੋਟਾ ਜਿਹਾ ਪਿੰਡ ਸੀ ਚਨੌਰ, ਮੈਂ ਉੱਥੇ ਜੰਮਿਆ ਪੜ੍ਹਿਆ। ਤੇ ਮੈਂ ਉਦੋਂ 10.5 ਸਾਲਾਂ ਜਦੋਂ ਮੇਰੀ ਮਦਰ ਦੀ ਡੈਥ ਹੋ ਗਈ, ਮੇਰੀ ਮਾਂ ਦੀ ਡੈਥ ਹੋਈ, ਤੇ ਮੈਨੂੰ ਲੱਗਦਾ ਕਿ ਜਿਹੜਾ ਮਾਂ ਦੀ ਮੌਤ ਤੋਂ ਬਾਅਦ ਜਿਹੜਾ ਇੱਕ ਬੱਚੇ ਨੂੰ ਮਮਤਾ ਤੋਂ ਬਿਰਬਾ ਹੁੰਦਾ ਨਾ, ਮੇਰੀ ਲਿਖ ਤੇ ਉਸ ਜਿਹੜਾ ਬਿਰਵੇਪਣ ਦਾ ਉਹ ਬਹੁਤ ਪ੍ਰਭਾਵ ਹੈ। ਸਦਾ ਹੀ ਮੈਨੂੰ ਉਹ ਲਗਾ ਪਿੱਛਾ ਕਰਦਾ ਰਿਹਾ, ਇੱਕ ਸਕੂਨ ਦੀ ਭਾਲ 'ਚ ਜੀ, ਹੈ ਨਾ, ਉਹ ਮੈਂ ਤੁਰਿਆ ਰਿਹਾ। ਮੈਂ ਜਦੋਂ ਪਹਿਲਾਂ ਲਿਖਿਆ ਮੇਰੇ ਮਨ 'ਚ, ਉਦੋਂ ਮੈਂ ਪੜ੍ਹਿਆ ਬਹੁਤ, ਮੈਂ ਨਾਵਲ ਬਹੁਤ ਪੜ੍ਹਦਾ ਸੀ, ਕਾਲਜ 'ਚ ਵੀ ਪੜ੍ਹੇ, ਸਕੂਲ 'ਚ ਪੜ੍ਹਨ ਲੱਗ ਪਿਆ ਸੀ। ਠੀਕ ਹੈ ਜੀ। ਤੇ ਉਹ ਪੜ੍ਹਦੇ ਤੁਹਾਡੇ ਮਨ 'ਚ ਕੁਛ ਭਾਵ ਆਉਂਦੇ ਫਿਰ। ਠੀਕ ਹੈ ਜੀ। ਉਹ ਭਾਵ ਜਿਹੜੇ ਨੇ ਉਹ ਮੈਂ ਸਕੂਲ 'ਚ ਪੜ੍ਹਦਿਆਂ ਵੀ ਲਿਖੇ, ਕੁਛ ਚੈਪੀਆਂ। ਫਿਰ ਕਾਲਜ 'ਚ ਗਿਆ। ਕਾਲਜ ਦੀ ਪੜ੍ਹਾਈ ਤੋਂ ਬਾਅਦ ਫਿਰ ਮੈਂ ਕਮਿਊਨਿਸਟ ਲਹਿਰ ਨਾਲ ਜੁੜ ਗਿਆ। ਕਮਿਊਨਿਸਟ ਲਹਿਰ ਦੀ ਜੁੜਨ ਨੇ ਮੈਨੂੰ ਇੱਕ ਬਹੁਤ ਵੱਡਾ ਫਾਇਦਾ ਦਿੱਤਾ ਕਿ ਮੈਂ ਸਮਾਜ ਨੂੰ ਸਮਝਣ ਦੇ ਰਾਹ ਤੁਰ ਪਿਆ। ਲਿਖਦਾ ਵੀ ਸੀ, ਸਮਾਜ ਨੂੰ ਸਮਝਣ ਦੇ ਰਾਹ ਵੀ ਤੁਰ ਪਿਆ। ਤੇ ਪੜ੍ਹਾਈ ਤੋਂ ਮੁਕਾਉਣ ਤੋਂ ਬਾਅਦ ਮੇਰਾ ਜ਼ਿੰਦਗੀ ਦੋ ਤਰ੍ਹਾਂ 'ਤੇ ਕੇਂਦਰਿਤ ਸੀ, ਇੱਕ ਤਾਂ ਪੜ੍ਹਨਾ, ਦੂਜਾ ਲਿਖਣਾ। ਇਹ ਲਿਖਣ ਹੀ ਜਿਹੜਾ ਮੈਨੂੰ ਨਵੇਂ ਜ਼ਮਾਨੇ 'ਚ ਜਲੰਧਰ ਲੈ ਆਇਆ, ਤੇ ਜਲੰਧਰ ਪਹੁੰਚਣ ਦਾ ਸਬੱਬ ਜਿਹੜਾ ਇੱਕ ਤਾਂ ਲਿਟਰੇਚਰ ਹੀ ਬਣਿਆ। ਜੇ ਮੈਂ ਨਾਂ ਲਿਖਦਾ ਹੁੰਦਾ ਤਾਂ ਸ਼ਾਇਦ ਨਾ ਹੁੰਦਾ। ਮਤਲਬ ਸਾਹਿਤ ਦੀ ਜਿਹੜੀ ਚੇਤਕ ਸੀ ਤੁਹਾਨੂੰ ਛੋਟੀ ਉਮਰ ਹੀ ਲੱਗੀ? ਹਾਂ, ਬਿਲਕੁਲ ਛੋਟੀ ਉਮਰ 'ਚ। ਸ਼ਾਇਦ ਮੈਂ ਉਦੋਂ ਇੱਕ ਹੋਰ ਇਹ ਪਿੱਛੇ ਜੀ ਸਾਡਾ ਪਿੰਡ ਕਮਿਊਨਿਸਟ ਦਾ ਪਿੰਡ ਸੀ, ਤੇ ਉਹਨਾਂ ਦਿਨਾਂ 'ਚ ਸੋਵੀਅਤ ਰੂਸ ਵੱਲੋਂ ਛਾਪਿਆ ਹੋਇਆ ਪੰਜਾਬੀ 'ਚ ਅਨੁਵਾਦ ਦਾ ਲਿਟਰੇਚਰ ਬਹੁਤ ਅਵੇਲੇਬਲ ਹੁੰਦਾ ਸੀ। ਆਮ ਕਰਕੇ ਕਮਿਊਨਿਸਟਾਂ ਦੇ ਘਰਾਂ 'ਚ ਬਹੁਤ ਹੁੰਦਾ ਹੈ। ਤੇ ਸਾਡੇ ਪਿੰਡ ਕਿਉਂਕਿ ਉਹ ਕਮਿਊਨਿਸਟ ਜਿਹੜੇ ਸਾਡੇ ਤੋਂ ਸੀਨੀਅਰ ਸੀਗੇ, ਉਹਨਾਂ ਦੇ ਘਰਾਂ 'ਚ ਮੈਂ ਵੀ ਕਮਿਊਨਿਸਟ ਲਿਆ ਨਹੀਂ, ਤੇ ਉੱਥੋਂ ਬਹੁਤ ਸਾਰਾ ਲਿਟਰੇਚਰ ਜਿਹੜਾ ਚੰਗਾ ਲਿਟਰੇਚਰ, ਈਵਨ ਟਾਲਸਟਾਏ, ਗੋਰਕੀ, ਚੈਖਵ ਵਰਗੀਆਂ ਜਿਹੜੀਆਂ ਮਹਾਨ ਕਿਰਤਾਂ, ਜਿਨ੍ਹਾਂ ਦੀਆਂ ਕਿਰਤਾਂ ਸੀ, ਉਹ ਮੈਂ 10ਵੀਂ ਤੱਕ ਪੜ੍ਹ ਲਈਆਂ ਸੀ। ਪਿੰਡ ਦੇ ਲੋਕ ਬਹੁਤੇ ਪੜ੍ਹੇ ਹੋਣ ਦੇ ਨਾ ਬਾਵਜੂਦ ਵੀ ਉਹ ਸਾਹਿਤ ਜਿਹੜਾ ਰੂਸੀ ਸਾਹਿਤ ਸੀਗੇ ਉਹਨੂੰ ਪੜ੍ਹਦੇ ਸੀ, ਕਿਉਂਕਿ ਕਮਿਊਨਿਸਟਾਂ ਜਦੋਂ ਕਿਸੇ ਲਿਟਰੇਚਰ ਪੜ੍ਹਾਉਂਦੇ, ਸਾਹਿਤ ਪੜ੍ਹਾਉਂਦੇ ਸੀ। ਉਸੇ ਸਮੇਂ ਤੋਂ ਤੁਹਾਡੀ ਸੋਚ ਜਿਹੜੀ ਸੀਗੀ ਉਹ ਮਾਰਕਸਵਾਦ ਵੱਲ ਬਦਲ ਗਈ। ਬੇਸਿਕਲੀ ਇਹੀ ਕਾਰਨ ਸੀ ਕਿ ਮੇਰੀ ਸੋਚ ਉਹਦੇ ਨੂੰ ਮਾਰਕਸਵਾਦ ਵੱਲ ਜੁੜਦੀ ਗਈ। ਤੇ ਜਦੋਂ ਇੱਕ ਵਾਰੀ ਚੇਟਕ ਲੱਗ ਜਾਏ ਫਿਰ ਤੁਹਾਨੂੰ ਨਾ ਇਹ ਲੱਗਦਾ ਵੀ ਬੇਸਿਕ ਜ਼ਿੰਦਗੀ ਨੂੰ ਸਮਝਣ ਦਾ ਸਭ ਤੋਂ ਜਿਹੜਾ ਬਿਹਤਰੀਨ ਤਰੀਕਾ ਉਹ ਇਹੋ ਹੀ ਹੈ ਕਿ ਤੁਸੀਂ ਤਰਕਸ਼ੀਲ ਢੰਗ ਨਾਲ ਆਪਣੇ ਆਪ ਨੂੰ ਸਮਝੋ, ਸਮਾਜ ਨੂੰ ਸਮਝੋ, ਤੇ ਸਮਾਜ ਦੇ ਨਾਲ ਨਾਲ ਫਿਰ ਗਾਲੀ ਜ਼ਿੰਦਗੀ ਕਿੱਧਰ ਨੂੰ ਜਾ ਸਕਦੀ, ਜ਼ਿੰਦਗੀ ਦੀਆਂ ਮੁਸ਼ਕਿਲਾਂ ਕੀ ਨੇ ਤੇ ਉਹਨਾਂ ਦਾ ਹੱਲ ਕੀ ਹੋ ਸਕਦਾ। ਪਰਵਾਨਾ ਜੀ, ਕਹਾਣੀਆਂ ਦੇ ਸੰਗ੍ਰਹਿ ਤੋਂ ਬਾਅਦ ਤੁਸੀਂ ਜਿਹੜਾ ਝੁਕਾਅ ਸੀ ਉਹ ਨਾਵਲ ਵੱਲ ਕੀਤਾ, ਪਰ ਤੁਸੀਂ ਸਾਹਿਤ ਦੀ ਸ਼ੁਰੂਆਤ ਜਿਹੜੀ ਸੀ ਕਵਿਤਾ ਤੋਂ ਕੀਤੀ। ਇਸ ਦਾ ਕੀ ਕਾਰਨ ਸੀਗਾ ਕਿ ਤੁਸੀਂ ਪਹਿਲਾਂ ਨਾਵਲ ਦੀ ਸ਼ੁਰੂਆਤ ਕਿਉਂ ਨਹੀਂ ਕੀਤੀ? ਦੇਖੋ, ਮੈਨੂੰ ਲੱਗਦਾ ਵੀ ਨਾਵਲ ਲਿਖਣਾ ਜਿਹੜਾ ਨਾ ਇਹ ਬੜੀ ਮੈਚਿਓਰਟੀ ਜਾ ਕੇ ਹੁੰਦਾ। ਕਵਿਤਾ ਇੱਕ ਭਾਵਕ ਪ੍ਰਗਟਾਵਾ ਹੁੰਦਾ। ਹਰ ਜਿਹੜਾ 10ਵੀਂ 'ਚ ਕਾਲਜ ਚੜ੍ਹਦਾ ਬਣਾ ਉਹ 'ਚ ਕੋਈ ਜਿਹੜੇ ਪਲਵਲੇ ਹੁੰਦੇ ਨਾ ਉਹਨਾਂ ਨੂੰ ਕਵਿਤਾ 'ਚ ਪ੍ਰਗਟ ਕਰਦਾ। ਮੈਂ ਵੀ ਕਵਿਤਾ 'ਚ ਲਿਖਿਆ। ਜਦੋਂ ਥੋੜ੍ਹਾ ਜਿਹਾ ਪਰਪੱਕ ਹੋ ਗਿਆ, ਜਦੋਂ ਮੈਨੂੰ ਲੱਗਿਆ ਵੀ ਜ਼ਿੰਦਗੀ 'ਚ ਭਾਵੁਕਤਾ ਤੋਂ ਬਿਨਾਂ ਹੋਰ ਬਹੁਤ ਸਾਰੇ ਮਸਲੇ ਨੇ,
ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ, ਸਮਝਣ ਕਹਾਣੀ ਕਿ ਜ਼ਿੰਦਗੀ ਹੈ ਕੀ ਹੈ, ਇਹਦੇ ਸਮੱਸਿਆਵਾਂ ਕਿੱਥੇ ਨੇ। ਪਰ ਮੈਨੂੰ ਜਦੋਂ ਹਰ ਵਾਰੀ ਕਵਿਤਾ ਜਾਂ ਕਹਾਣੀ ਲਿਖਿਆ, ਮੈਨੂੰ ਲੱਗਦਾ ਸੀ ਜੋ ਕੁਛ ਮੈਂ ਲਿਖ ਰਿਹਾ ਉਹ ਕਿਤੇ ਕੁਛ ਰਹਿ ਗਿਆ, ਮੇਰੇ ਤੋਂ ਜਿਹੜੀ ਗੱਲ ਕਹਿ ਨਹੀਂ ਹੋ ਰਹੀ। ਹਰ ਵਾਰੀ ਫਿਰ ਮੈਂ ਨਵੀਂ ਜਦੋਂ ਰਚਨਾ ਲਿਖਣੀ ਤਾਂ ਮੈਨੂੰ ਲੱਗਣਾ ਵੀ ਇਹਦੇ 'ਚ ਵੀ ਕੁਛ ਰਹਿ ਗਿਆ। ਇਹ 2007 ਦੀ ਗੱਲ ਹੈ, ਜਦੋਂ ਮੈਂ ਆ ਕੇ ਮੈਨੂੰ ਲੱਗਿਆ ਵੀ ਮੈਂ ਇੱਕ ਕਹਾਣੀ ਲਿਖੀ ਤੇ ਮੇਰਾ ਇੱਕ ਦੋਸਤ ਅਜਨੀਸ਼, ਪ੍ਰੋਫੈਸਰ ਅਜਨੀਸ਼, ਉਹ ਕਹਿੰਦਾ ਯਾਰ ਇਹ ਤਾਂ ਨਾਵਲ ਬਣਾ ਸਕਦਾ। ਮੈਂ ਉਹ ਕਹਾਣੀ ਤੂੰ ਨਾਵਲ ਨਹੀਂ ਬਣਾ ਸਕੇ, ਪਰ ਮੈਨੂੰ ਲੱਗਿਆ ਮੈਨੂੰ ਨਾਵਲ ਲਿਖਣਾ ਚਾਹੀਦਾ। ਤੇ ਮੇਰਾ ਪਹਿਲਾ ਨਾਵਲ 2007 'ਚ ਆਇਆ, 8 'ਚ ਛਪਿਆ ਉਹ, ਨਿੱਕੇ ਨਿੱਕੇ ਯੁੱਧ। ਤੇ ਨਾਵਲ ਲਿਖਣ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਜਿਹੜੀ ਗੱਲ ਮੇਰੇ ਅੰਦਰ ਤੜਪ ਸੀ ਸਮਾਜ ਨੂੰ ਪੇਸ਼ ਕਰਨ ਦੀ ਵੀ, ਤੇ ਪਲੱਸ ਇਹ ਵੀ ਕਿ ਜ਼ਿੰਦਗੀ ਦੀ ਕੁਝ ਕਟੀਕ ਪੇਸ਼ ਕਰਨੀ ਵੀ ਹਰੇ ਇਨਕਲਾਬ ਨੇ ਪੰਜਾਬੀ ਜ਼ਿੰਦਗੀ ਤੇ ਪੰਜਾਬੀ ਪਿੰਡ 'ਚ ਜਿਹੜੀ ਖਲਬਲੀ ਮਚਾਈ ਹੈ, ਉਹ ਖਲਬਲੀ ਨੇ ਗਾੜੀ ਪੰਜਾਬੀ ਮਾਨਸਿਕਤਾ ਤੇ ਕਿਹੜੀਆਂ ਵਿਕਰਤੀਆਂ ਪੈਦਾ ਕੀਤੀਆਂ ਨੇ, ਉਹਨਾਂ ਨੂੰ ਸਮਝਣਾ ਅੱਜ ਬਹੁਤ ਜ਼ਰੂਰੀ ਸੀ। ਤੇ ਉਹ ਮੈਂ ਉਸ ਨਾਵਲ 'ਚ ਕੁਛ ਫੜ ਸਕਿਆ ਤੇ ਮੈਨੂੰ ਸੈਟਿਸਫੈਕਸ਼ਨ ਹੋਈ ਵੀ ਮੈਂ ਦੂਜੀਆਂ ਵਿਧਾਵਾਂ ਨਾਲੋਂ ਇਹਦੇ 'ਚ ਆਪਣੇ ਆਪ ਨੂੰ ਬੈਟਰ, ਮਤਲਬ ਤੁਸੀਂ ਉਸ ਦੀ ਮਾਨਸਿਕਤਾ ਨੂੰ ਨਾਵਲ ਦੇ ਵਿੱਚ ਲਿਆਂਦਾ। ਤੇ ਫਿਰ ਮੈਨੂੰ ਲੱਗਿਆ ਜਦੋਂ ਮੈਂ ਵੀ ਇਹ 'ਚ ਮੈਂ ਬੈਟਰ ਫੜ ਸਕਦਾ ਹਰ ਗੱਲ ਨੂੰ, ਤੇ ਫਿਰ ਮੈਂ ਉਦੋਂ ਦਾ ਲਗਭਗ ਨਾਵਲ ਹੀ ਲਿਖ ਰਿਹਾ। ਕਵਿਤਾ ਲਿਖਣੀ ਉਸ ਤੋਂ ਬਾਅਦ ਮੈਂ ਕੋਈ ਕਵਿਤਾ ਨਹੀਂ ਲਿਖੀ। ਇਹ ਮੰਨਿਆ ਜਾ ਸਕਦਾ ਹੈ ਕਿ ਪਰਵਾਨਾ ਜੀ ਹੁਣਾਂ ਨੇ ਕਵਿਤਾ ਨਾਲੋਂ ਵਖਰੇਵਾਂ ਪੈਦਾ ਕਰ ਲਿਆ। ਕਵਿਤਾ ਭੁੱਲ ਹੀ ਗਈ। ਕਵਿਤਾ ਉਸ ਤੋਂ ਬਾਅਦ ਜੋ ਮੈਂ ਨਾਵਲ ਲਿਖਣਾ, ਕਵਿਤਾ ਸੋਝੀ ਨਹੀਂ, ਕਿਉਂਕਿ ਅਸੀਂ ਨਾ ਇਹ ਸ਼ਾਇਦ ਵਿਅਕਤੀਤਵ ਦਾ ਵੀ ਤੁਸੀਂ ਜਿਵੇਂ ਕਨਸੀਵ ਕਰਦੇ ਕੁਛ ਗੱਲਾਂ, ਕੋਈ ਹੋ ਸਕਦਾ ਇਹਨਾਂ ਗੱਲਾਂ ਨੂੰ ਬੈਟਰ ਕਵਿਤਾ 'ਚ ਕਹਿ ਸਕਦਾ ਹੋਵੇ, ਪਰ ਮੈਨੂੰ ਲੱਗਿਆ ਕਿ ਮੈਂ ਕਵਿਤਾ 'ਚ ਨਹੀਂ ਕਹਿ ਸਕਦਾ। ਮੇਰੇ ਲਈ ਆਪਣੇ ਆਪ ਦੇ ਪ੍ਰਗਟਾਵੇ ਦਾ ਬੈਟਰ ਮਾਧਿਅਮ ਜਿਹੜਾ ਉਹ ਨਾਵਲ ਬਣ ਗਿਆ। ਮਤਲਬ ਤੁਹਾਨੂੰ ਇਹ ਲੱਗ ਰਿਹਾ ਕਿ ਤੁਸੀਂ ਆਪਣੇ ਹਿਸਾਬ ਨਾਲ ਵਧੀਆ ਤਰੀਕੇ ਨਾਲ ਇੱਕ ਨਾਵਲ ਦੇ ਵਿੱਚ ਉਹ ਗੱਲ ਸਮਝਾ ਸਕਦੇ ਹੋ ਜੋ ਤੁਸੀਂ ਕਵਿਤਾ ਦੇ ਵਿੱਚ ਨਹੀਂ। ਬਿਲਕੁਲ ਹਾਂ, ਕਿਉਂਕਿ ਨਾਵਲ 'ਚ ਨਾ ਸਰ ਤੁਹਾਨੂੰ ਖੁੱਲ੍ਹ ਬਹੁਤ ਹੁੰਦੀ ਹੈ। ਸਮਾਜ ਅੱਜ ਬਹੁਤ ਕੰਪਲੈਕਸ ਹੋ ਗਿਆ। ਅੱਜ ਜੇ ਤੁਸੀਂ ਇੱਕ ਪਿਆਰ ਕਹਾਣੀ ਵੀ ਲਿਖ ਰਹੀ ਹੋਏ ਨਾ, ਤੇ ਪਿਆਰ ਕਹਾਣੀ ਕਿਹਨਾਂ ਸਥਿਤੀਆਂ 'ਚ ਉਪਜ ਰਹੀ ਹੈ। ਅੱਜ ਦੀ ਪਿਆਰ ਕਹਾਣੀ ਜਿਹੜੀ ਹੈ 1950 ਦੀ ਪਿਆਰ ਕਹਾਣੀ ਨਾਲ ਡਿਫਰੈਂਟ ਹੈ ਬਿਲਕੁਲ। ਸਮਾਂ ਬਦਲ ਗਿਆ, ਕਿੰਨੇ ਪ੍ਰੈਸ਼ਰ ਨੇ ਲਾਈਫ ਦੇ, ਤੇ ਉਹਨਾਂ ਪ੍ਰੈਸ਼ਰਾਂ 'ਚ ਕਿਵੇਂ ਉਹ ਬੰਦਾ ਡਿਵੈਲਪ ਹੋ ਰਿਹਾ, ਇਹ ਮੈਨੂੰ ਲੱਗਦਾ ਅੱਜ ਦੇ ਦੌਰ 'ਚ ਸਭ ਤੋਂ ਵਧੀਆ ਢੰਗ ਨਾਵਲ 'ਚ ਪ੍ਰਗਟਾਵਾ ਕਰ ਸਕਦੇ ਤੁਸੀਂ। ਕਵਿਤਾ ਜਾਂ ਕਹਾਣੀ 'ਚ ਉਸ ਰੂਪ 'ਚ ਨਹੀਂ ਹੋ ਸਕਦਾ ਹੈ। ਪਰਵਾਨਾ ਸਾਹਿਬ, ਸੰਘਰਸ਼ਮਈ ਜ਼ਿੰਦਗੀ ਬਾਰੇ ਜੇਕਰ ਮੈਂ ਗੱਲ ਕਰਾਂ ਤੇ ਜ਼ਿੰਦਗੀ ਦੇ ਵਿੱਚ ਵੱਖ-ਵੱਖ ਪੜਾਅ ਆਏ ਹੋਣਗੇ, ਤੁਸੀਂ ਸਾਡੇ ਦਰਸ਼ਕਾਂ ਨਾਲ ਉਹ ਸਾਂਝੇ ਕਰੋ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਤੁਹਾਨੂੰ ਸਾਹਿਤਕ ਜੀਵਨ ਦੇ ਵਿੱਚ ਆਈਆਂ। ਦੇਖੋ, ਮੁਸ਼ਕਲਾਂ ਤੇ ਬਹੁਤ ਆਈਆਂ ਨੇ, ਪਰ ਮੈਨੂੰ ਲੱਗਦਾ ਕਿ ਜਿਹੜੀਆਂ ਮੁਸ਼ਕਲਾਂ ਨੇ ਉਹੀ ਤੁਹਾਨੂੰ ਸਿਖਾਉਂਦੀਆਂ ਨੇ। ਜਿਸ ਸਾਹਿਤਕਾਰ ਦੀ ਜ਼ਿੰਦਗੀ 'ਚ ਕੋਈ ਬਹੁਤ ਔਖੇ ਪਲ ਨਹੀਂ ਨਾ ਆਉਂਦੇ, ਉਹ ਲਿਟਰੇਚਰ, ਉਹ ਬਹੁਤ ਵਧੀਆ ਸਾਹਿਤ ਸ਼ਾਇਦ ਨਹੀਂ ਲਿਖ ਸਕਦਾ। ਕਿਉਂਕਿ ਮਤਲਬ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਵੀ ਮੈਂ 10.5 ਸਾਲਾਂ ਦਾ ਸੀ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ। ਤੇ ਮਾਂ ਦੀ ਤੋਂ ਬਿਨਾਂ ਬੱਚਿਆਂ ਦੀ ਜਿਹੜੀ ਪਾਲਣਾ ਉਹ ਬਹੁਤ ਔਖੀ ਹੁੰਦੀ ਹੈ, ਕਿਉਂਕਿ ਬੱਚਿਆਂ ਨੂੰ ਜਿਹੜੀ ਇੱਕ ਖਾਸ ਕਿਸਮ ਦੀ ਸਰਪ੍ਰਸਤੀ ਹੈ ਨਾ, ਉਹ ਮਾਂ ਹੀ ਦੇ ਸਕਦੀ ਹੈ। ਮੈਂ ਸੀ ਤੇ ਮੇਰੇ ਤੋਂ ਛੋਟੀਆਂ 3 ਭੈਣਾਂ ਸੀ, ਤੇ ਉਹ ਜਿਹੜੀਆਂ ਉਹ ਬਚਪਨ ਦੇ ਜਿਹੜੀ ਨਾ ਇੱਕ ਖਾਸ ਕਿਸਮ ਦਾ ਬਿਰਬਾਪਣ ਹੀ ਬਚਪਨ ਦਾ। ਦੂਜਾ, ਮੇਰਾ ਫਾਦਰ ਕੋਈ ਬਹੁਤਾ ਸਫਲ ਜਿੱਦਾਂ ਨਾ ਮਾਂ ਪਿਓ ਨਹੀਂ ਸੀ, ਉਹ ਇੱਕ ਖਾਸ ਕਿਸਮ ਦਾ ਆਪਣੇ ਆਪ 'ਚ ਘਿਰਿਆ ਹੋਇਆ ਰਹਿਣ ਵਾਲਾ ਬੰਦਾ ਸੀ, ਜਿਹਨੂੰ ਕੋਈ ਪਰਿਵਾਰ ਦੀ ਬਹੁਤੀ ਪਰਵਾਹ ਨਹੀਂ ਸੀ ਹੁੰਦੀ। ਤੇ ਇਸ ਦੌਰ 'ਚ ਮੈਨੂੰ 2 ਗੱਲਾਂ ਨੇ ਬਚਾਇਆ। ਇੱਕ ਤਾਂ ਮੈਂ ਸਾਹਿਤ ਪੜ੍ਹਨ ਲੱਗ ਪਿਆ, ਤੇ ਨਾਲ ਕਮਿਊਨਿਸਟ ਲਹਿਰ 'ਚ ਜੁੜ ਗਿਆ। ਮਤਲਬ ਇਹ ਹੋ ਗਿਆ ਕਿ ਜਿਹੜਾ ਤੁਹਾਡੀ ਇੱਕ ਬਿਰਬਾਪਣ ਸੀ ਨਾ, ਉਹ ਖਾਈ ਜਿਹੜੀ ਹੈ ਉੱਥੇ ਭਰਨੀ ਸ਼ੁਰੂ ਹੋ ਗਈ। ਹਾਂ, ਤੋਂ ਇਹ ਦਾ ਵੀ ਜਦੋਂ ਮੈਂ ਗ੍ਰੈਜੂਏਸ਼ਨ ਕਰ ਲਈ 80, ਤੇ ਮੈਨੂੰ ਲੱਗਦਾ ਕਿ ਉਹ 80 ਤੋਂ 9-10 ਸਾਲ ਜਿਹੜੇ ਬੇਰੁਜ਼ਗਾਰੀ ਸਾਲ ਸੀ, ਉਹਨਾਂ ਦਿਨਾਂ 'ਚ ਮੈਨੂੰ ਇਹ ਨਹੀਂ ਲੱਗਿਆ, ਮਤਲਬ ਜੇ ਹੋ ਸਕਦਾ ਮੈਂ ਲਿਟਰੇਚਰ ਨਾ ਪੜ੍ਹਦਾ ਹੁੰਦਾ ਜਾਂ ਲਿਖਦਾ ਨਾ ਹੁੰਦਾ, ਤੇ ਹੋ ਸਕਦਾ ਕੋਈ ਵਾਰੀ ਬੰਦਾ ਉਲਾਰ ਜਾਂ ਕਿਸੇ ਪਾਸੇ ਗਲਤ ਰਾਹ ਵੀ ਤੁਰ ਸਕਦਾ। ਮੈਂ ਉਹਨਾਂ ਸਾਲਾਂ 'ਚ ਲਗਾਤਾਰ ਪੜ੍ਹਿਆ, ਇੰਨਾ ਪੜ੍ਹਿਆ ਕਿ ਕਈ ਵਾਰੀ ਮੈਂ 18 ਘੰਟੇ ਵੀ ਪੜ੍ਹਿਆ, ਤੇ ਮੈਂ ਆਪਣੇ ਆਪ ਨੂੰ ਨਾ ਖਿੰਡਣ ਨਹੀਂ ਦਿੱਤਾ। ਉਹ ਜਿਹੜਾ ਪੜ੍ਹਿਆ ਹੋਇਆ ਸੀ ਜਾਂ ਲਿਖਿਆ ਹੋਇਆ, ਉਹਨੇ ਹੀ ਫਿਰ ਮੇਰੀ ਸ਼ਖਸੀਅਤ ਕਾਰਨ 'ਚ ਬਹੁਤ ਵੱਡੀ ਭੂਮਿਕਾ ਨਿਭਾਈ। ਤੇ ਮੈਂ ਲਗਾਤਾਰ ਹੁਣ ਜਿਹੜਾ ਲੇਖਕ ਬਣਿਆ, ਮੈਨੂੰ ਲੱਗਦਾ ਉਹ ਜਿਹੜੇ ਮੇਰੇ 10-11 ਸਾਲ ਦਾ ਪੀਰੀਅਡ ਸੀ ਜਦੋਂ ਮੈਂ ਪੜ੍ਹ ਚੁੱਕਾ ਸੀ, ਸਾਹਮਣੇ ਭਵਿੱਖ ਕੋਈ ਨਹੀਂ ਸੀ, ਐਸਾ ਨੌਕਰੀ ਕੋਈ ਨਹੀਂ ਸੀ, ਤੇ ਘਰ 'ਚ ਮਤਲਬ ਛੋਟੀ ਕਿਸਾਨੀ ਦਾ ਹਾਲ ਮਾੜਾ ਹੀ ਹੁੰਦਾ ਆਰਥਿਕ। ਉਹਨਾਂ ਸਾਲਾਂ 'ਚ ਜਿਹੜਾ ਮੈਂ ਪੜ੍ਹਿਆ ਨਾ ਲਗਾਤਾਰ, ਬਜਾਏ ਇਸ ਤੇ ਕਿ ਆਪਣੇ ਨੂੰ ਖਿੰਡਣ ਦਾ, ਆਪਣੇ ਆਪ ਨੂੰ ਵਿਖਰਨ ਦਾ,
ਮੈਂ ਪੜ੍ਹਿਆ ਤੇ ਉਸ ਪੜ੍ਹਾਈ ਨੇ ਮੈਨੂੰ ਮਿਲ ਉਹਨਾਂ 10 ਸਾਲਾਂ ਦੇ ਮੈਨੂੰ ਅੱਜ ਤੱਕ। ਤੁਹਾਡੇ ਸ਼ੁਰੂਆਤੀ ਨਾਵਲਾਂ ਵਿੱਚ ਵੀ ਕਿਰਸਾਨੀ ਦਾ ਜ਼ਿਕਰ ਆਉਂਦਾ ਆ। ਹਾਂਜੀ ਹਾਂਜੀ। ਪ੍ਰਵਾਨਾ ਜੀ, ਮੈਂ ਇੱਕ ਹੋਰ ਚੀਜ਼ ਪੁੱਛਣੀ ਚਾਹੁੰਦਾ ਕਿ ਪਿਛਲੇ 30 ਤੋਂ 35 ਸਾਲ ਤੋਂ ਤੁਸੀਂ ਨਵਾਂ ਜ਼ਮਾਨਾ ਅਖਬਾਰ ਨਾਲ ਜੁੜੇ ਹੋਏ ਹੋ। ਉਸ ਤੋਂ ਪਹਿਲਾਂ ਵੀ ਤੁਸੀਂ ਕਿਸੇ ਅਖਬਾਰ ਨਾਲ ਜੁੜੇ ਸੀ ਜਾਂ ਪੱਤਰਕਾਰਤਾ ਨਾਲ ਤਾਲੁਕਾਤ ਸੀ? ਸਿੱਧੇ ਰੂਪ 'ਚ ਪੱਤਰਕਾਰਤਾ ਨਾਲ ਕੋਈ ਤਾਲੁਕ ਸੀ। 2 ਸਾਲ ਮੈਂ ਲੋਕ ਲਹਿਰ 'ਚ ਕੰਮ ਕੀਤਾ ਜੀ। ਉਹ ਅਸਲ 'ਚ ਸੀਗਾ 81 ਤੋਂ 83 ਤੱਕ, ਉਦੋਂ ਕਿਉਂਕਿ ਕਮਿਊਨਿਸਟ ਜਿਹੜਾ ਲੋਕ ਲਹਿਰ ਸੀ CPM ਦਾ ਸਪੋਕਸਮੈਨ ਸੀ, ਮੈਂ CPM ਨਾਲ ਜੁੜਿਆ ਹੋਇਆ ਸੀ ਤੇ 2 ਸਾਲ ਮੈਂ ਉੱਥੇ ਕੰਮ ਕੀਤਾ। ਉੱਥੇ ਸੁਹੇਲ ਸਿੰਘ ਹੋਰਾਂ ਨੇ ਸੀ, ਉਹਦੇ ਐਡੀਟਰ ਸੀ, ਉਹਨਾਂ ਨੇ ਮੈਨੂੰ ਕੁਝ ਗੱਲਾਂ ਸਿਖਾਈਆਂ ਨੇ। ਫਿਰ ਮੈਂ ਪਿੰਡ ਚਲਾ ਗਿਆ, ਪਰ ਮੈਂ ਉਹ ਪੱਤਰਕਾਰਤਾ ਨਹੀਂ ਕੀਤੀ। ਮੈਂ ਉਹ ਵਿਹਲੇ ਸਾਲਾਂ ਬਾਕੀ ਸਾਲਾਂ 'ਚ ਮੈਂ ਉਹ ਕੀਤਾ ਕੀ ਹੈ ਕਿ ਮੈਂ ਜਾਂ ਪੜ੍ਹਦਾ ਸੀ ਜਾਂ ਖੇਤੀ ਦਾ ਕੰਮ, ਜਿਹੜਾ ਘਰ 'ਚ ਹੁਣ 2.5-3 ਏਕੜ ਦੀ ਖੇਤੀ 'ਚ ਜੋ ਨਾ ਕੰਮ ਹੁੰਦਾ ਉਹ ਵੀ ਫਾਦਰ ਨਾਲ ਕਦੀ ਸੀਜ਼ਨ 'ਤੇ ਆਏ ਕਰ ਦੇਣਾ। ਬਾਕੀ ਸਮਾਂ ਮੈਂ ਕਮਿਊਨਿਸਟ ਲਹਿਰ ਸਰਗਰਮੀ ਸੀ ਜਾਂ ਮੈਂ ਪੜ੍ਹਦਾ। ਪਿੰਡ ਵਿੱਚ ਜਾ ਕੇ ਤੁਸੀਂ ਫਿਰ ਕਿਰਸਾਨੀ ਨਾਲ ਜੁੜੇ ਜਾਂ ਫਿਰ ਕਮਿਊਨਿਸਟ ਲਹਿਰ ਵੱਲ ਪੂਰਾ ਧਿਆਨ ਦਿੱਤਾ? ਦੇਖੋ, 2 ਗੱਲਾਂ ਸੀ। ਕਿਸਾਨੀ ਤਾਂ ਇਹ ਸੀ ਕਿ ਥੋੜ੍ਹੀ ਜ਼ਮੀਨ ਸੀ 5-4 ਏਕੜ ਘਰ ਦੀ। ਸੀਜ਼ਨ 'ਤੇ ਆ ਕੇ ਜਦੋਂ ਫਸਲ ਦਾ ਕਟਾਈ ਦਾ ਮੌਕਾ, ਉਦੋਂ ਉਹ ਕੰਮ ਕਰ ਲਈਦਾ ਸੀ। ਬੇਸਿਕਲੀ ਫਾਦਰ ਹੀ ਦੇਖਦਾ ਸੀ ਸਾਰਾ। ਅਤੇ ਮੈਂ ਜਦੋਂ ਬਹੁਤ ਸੀਜ਼ਨ ਉਦੋਂ ਕੰਮ ਕਰ ਲਏ, ਉਹਨਾਂ ਨਾਲ ਖੇਤੀ ਦਾ ਕੰਮ ਕਰਦਾ ਸੀ। ਬਾਕੀ ਸਮਾਂ ਮੈਂ ਕਮਿਊਨਿਸਟ ਲਹਿਰ ਸਰਗਰਮ ਰਹਿੰਦਾ ਸੀ, ਜਾਂ ਜੇ ਉਧਰ ਕੋਈ ਸਰਗਰਮੀ ਤਾਂ ਫਿਰ ਮੈਂ ਪੜ੍ਹਦਾ ਸੀ, ਪੜ੍ਹੀ ਜਾਣਾ, ਜਾਂ ਮੈਂ ਲਿਖਦਾ ਸੀ। ਉਦੋਂ ਵੀ ਮੇਰੀਆਂ ਕਹਾਣੀਆਂ ਅਤੇ ਕਵਿਤਾਵਾਂ ਛਪਣ ਲੱਗ ਪਈਆਂ ਸੀ ਵੱਖ-ਵੱਖ ਮੈਗਜ਼ੀਨਾਂ 'ਚ, ਰਸਾਲਿਆਂ 'ਚ। ਕਿਹੜੇ ਸਾਲ ਦੀ ਗੱਲ ਹੈ ਇਹ? 81 ਤੋਂ ਲੈ ਕੇ 99 ਤੱਕ, ਨਵੇਂ ਜਮਨੇ ਆਉਣ ਤੱਕ, ਉਦੋਂ ਤੱਕ ਮੇਰੀਆਂ 4 ਕਿਤਾਬਾਂ ਛਪ ਚੁੱਕੀਆਂ ਸੀ। ਮਤਲਬ ਉਸ ਸਮੇਂ ਸਾਹਿਤ ਵਿੱਚ ਪੂਰੀ ਤਰ੍ਹਾਂ ਤੋਂ ਸਰਗਰਮ ਹੋ ਚੁੱਕੇ। ਇੱਕ ਕਵਿਤਾ ਦੀ, 2 ਕਵਿਤਾ ਦੀਆਂ, ਇੱਕ ਨਾਵਲਟ ਤੇ ਇੱਕ ਅਨੁਵਾਦ ਦੀ। 4 ਕਿਤਾਬਾਂ ਉਦੋਂ ਤੱਕ ਛਪ ਚੁੱਕੀਆਂ ਸੀ। ਮੈਂ ਉਦੋਂ ਤੱਕ ਮੈਂ ਡਿਸਾਈਡ ਕਰ ਲਿਆ ਸੀ, ਮੈਂ ਆਪਣਾ ਫੈਸਲਾ ਕਰ ਲਿਆ ਸੀ ਕਿ ਮੈਂ ਸਾਹਿਤ ਦੇ ਖੇਤਰ 'ਚ ਹੀ ਕਰਨਾ ਕੁਛ ਨਾ ਕੁਛ, ਜਾਂ ਮੈਂ ਕਮਿਊਨਿਸਟ ਰਹਿਣਾ ਜਾਂ ਮੈਂ ਸਾਹਿਤ ਦੇ ਖੇਤਰ 'ਚ, ਅਤੇ ਮੈਂ ਹੋਰ ਕੁਛ ਨਹੀਂ ਕਰਨਾ। ਇਹ ਮੈਂ ਲਗਭਗ ਮੇਰੀ ਮਾਨਸਿਕਤਾ ਬਣ ਗਈ ਸੀ। ਅਤੇ ਉਹ ਮਾਨਸਿਕਤਾ ਮੈਨੂੰ ਲੱਗਦਾ ਮੈਂ ਕੁਛ ਬਹੁਤ ਖੁਸ਼ਕਿਸਮਤ ਲੋਕਾਂ 'ਚੋਂ ਵੀ ਹਾਂ ਜੀ, ਜਿਨ੍ਹਾਂ ਨੂੰ ਆਪਣੀ ਮਨਪਸੰਦ ਪ੍ਰੋਫੈਸ਼ਨ ਮਿਲ ਜਾਂਦੇ ਨੇ ਅਤੇ ਉਹਨਾਂ ਦੇ ਸ਼ੌਕ ਅਤੇ ਪ੍ਰੋਫੈਸ਼ਨ ਇੱਕ ਹੋ ਜਾਂਦੇ ਨੇ। ਨਵਾਂ ਜ਼ਮਾਨਾ 'ਚ ਕਿਉਂਕਿ ਮੇਰੀਆਂ ਰਚਨਾਵਾਂ ਇੱਧਰ ਉੱਧਰ ਛਪਦੀਆਂ ਸੀ ਅਤੇ ਮੈਂ ਅਖਬਾਰਾਂ ਨਾਲ ਮੇਰੀ ਮਾੜੀ ਮੋਟੀ ਜਾਣ ਪਛਾਣ ਵਾਹ ਵਾਸਤਾ ਸੀ, ਅਤੇ ਇਸੇ ਕਰਕੇ ਮੈਂ 2-4-6 ਮਹੀਨੇ ਬਾਅਦ ਕਦੀ ਨਾ ਕਦੀ ਜਲੰਧਰ ਆਉਣਾ ਅਤੇ ਮੈਂ ਅਖਬਾਰਾਂ ਦੇ ਦਫ਼ਤਰ ਜਾਂਦਾ ਸੀ। ਇੱਥੇ ਮੈਂ ਆਇਆ ਅਤੇ ਜੀਰਵੀ ਸਾਹਿਬ ਉਹਨਾਂ ਨੂੰ ਐਡੀਟਰ ਹੁੰਦੇ ਸੀ, ਇਹ ਮੈਨੂੰ ਜਾਣਦੇ ਸੀ। ਇਹ ਮੈਨੂੰ ਕਹਿੰਦੇ ਵੀ ਕੀ ਕਰਦਾ ਹੁੰਦਾ? ਮੈਂ ਕਿਹਾ ਜੀ ਕੁਛ ਨਹੀਂ, ਪੜ੍ਹਦਾ ਲਿਖਦਾ। ਕਹਿੰਦੇ ਸਾਡੇ ਕੋਲ ਆ ਜਾ। ਮੈਂ ਕਿਹਾ ਜੀ ਮੈਨੂੰ ਪੱਤਰਕਾਰਤਾ ਆਉਂਦੀ ਨਹੀਂ, ਵੀ ਮੈਂ ਇੱਥੇ ਆ ਕੇ ਕੀ ਕਰਾਂਗਾ? ਉਹ ਕਹਿੰਦੇ ਇੱਥੇ ਆ ਕੇ ਅਸੀਂ ਕਿਹੜਾ ਮਤਲਬ ਸਾਰਾ ਕੁਛ ਸਿੱਖ ਕੇ ਆਏ ਹਾਂ, ਇੱਥੇ ਹੌਲੀ ਹੌਲੀ ਆਏਗਾ, ਸਿੱਖ ਜਾਏਗਾ। ਸੋ ਮੈਂ ਉਹਨਾਂ ਦੇ ਕਹਿਣ 'ਤੇ ਮੈਂ ਨਵਾਂ ਜ਼ਮਾਨੇ ਤੁਸੀਂ ਇੱਕ ਸ਼ੌਂਕ ਲਈ ਗਏ ਸੀ ਜਾਂ ਫਿਰ ਤੁਸੀਂ ਕਿੱਤੇ ਵਜੋਂ ਗਏ ਸੀ? ਦੋਵੇਂ ਗੱਲਾਂ ਸੀ, ਸ਼ੌਕ ਵੀ ਅਤੇ ਕਿੱਤਾ ਵੀ। ਸ਼ੌਕ ਕਿਉਂਕਿ ਮੈਂ ਪਹਿਲਾਂ ਵੀ ਛਪਦਾ ਸੀ, ਮੈਨੂੰ ਲੱਗਦਾ ਸੀ ਕਿ ਇਹ ਅਖਬਾਰ ਆ ਜਿਹੜਾ ਇਹ ਪ੍ਰੋਗਰੈਸਿਵ ਮੂਵਮੈਂਟ ਅਤੇ ਪ੍ਰੋਗਰੈਸਿਵ ਲਿਟਰੇਚਰ ਨੂੰ ਪ੍ਰਮੋਟ ਕਰਨ ਵਾਲਾ ਲੋਕਾਂ ਤੱਕ। ਹਾਂ, ਕਿਉਂਕਿ ਮੈਂ ਇਹ ਛਪਦਾ ਸੀ। ਦੂਜਾ ਇਹ ਪ੍ਰੋਫੈਸ਼ਨ, ਕਿਉਂਕਿ ਇੱਥੇ ਮੈਨੂੰ ਕੁਛ ਪੈਸੇ ਹੀ ਮਿਲਣੇ ਸੀ। ਮਤਲਬ ਦੋਵੇਂ ਹੀ ਗੱਲਾਂ ਜੁੜ ਗਈਆਂ ਅਤੇ ਮੈਂ ਇੱਥੇ ਆ ਕੇ ਮਈ 1999 'ਚ ਆਇਆ ਅਤੇ ਉਦੋਂ ਤੋਂ ਫਿਰ ਉਹ ਤੋਂ ਬਾਅਦ ਲਗਾਤਾਰ ਹੀ ਇੱਥੇ ਆ। ਪਹਿਲਾਂ ਨਿਊਜ਼ ਵਾਲੇ ਪਾਸੇ ਸੀ ਅਤੇ ਸ਼ਾਇਦ 1992 'ਚ ਆ ਕੇ ਇਹਨਾਂ ਨੇ ਮੈਨੂੰ ਕਹਿੰਦੇ ਤੂੰ ਸਾਹਿਤ ਦਾ ਪਤਾ ਤੈਨੂੰ, ਤੂੰ ਪੜ੍ਹਦਾ ਭੁੱਲੇਂਗੇ, ਤੈਨੂੰ ਹੀ ਮੈਗਜ਼ੀਨ ਦੇ ਪਾਸੇ ਭੇਜ ਦਿੰਦੇ ਹਾਂ। ਅਤੇ ਮੈਨੂੰ ਵੀ ਲੱਗਿਆ ਵੀ ਚੰਗੀ ਗੱਲ ਹੈ ਅਤੇ 1992 ਤੋਂ ਮੈਂ ਇਹਦੇ ਮੈਗਜ਼ੀਨ ਸੈਕਸ਼ਨ ਐਤਵਾਰਤਾ ਦਾ ਐਡਿਟ ਕਰ ਰਿਹਾ ਅਤੇ ਮੈਨੂੰ ਮਤਲਬ ਮਾਨਸਿਕ ਖੁਸ਼ੀ ਮਿਲਦੀ ਹੈ, ਪ੍ਰੋਫੈਸ਼ਨਲ ਖੁਸ਼ੀ ਨਾਲੋਂ ਮਾਨਸਿਕ ਖੁਸ਼ੀ ਮਿਲਦੀ ਹੈ ਕਿ ਮੈਂ ਇੱਕ ਚੰਗਾ ਕੰਮ ਕਰ ਰਿਹਾ। ਸਾਹਿਤ ਦੇ ਖੇਤਰ ਵਿੱਚ ਤੁਹਾਡਾ ਬਹੁਤ ਬੜਮੁੱਲਾ ਯੋਗਦਾਨ ਆ। ਪਾਠਕਾਂ ਦੀ ਝੋਲੀ ਵਿੱਚ ਹੁਣ ਤੱਕ ਤੁਸੀਂ ਕਿੰਨਾ ਕੁ ਸਾਹਿਤ ਪਾ ਚੁੱਕੇ ਹੋ? ਦੇਖੋ ਜੀ, ਮੇਰੀਆਂ ਜੇ ਹੁਣ ਟੋਟਲ ਕਿਤਾਬਾਂ ਲਗਭਗ 50 ਤੱਕ ਬਣ ਗਈਆਂ ਨੇ, ਜਿਨ੍ਹਾਂ 'ਚੋਂ 30 ਕੁ ਮੌਲਿਕ ਨੇ, ਜਿੱਦਾਂ 11 ਨਾਵਲ ਨੇ, 6 ਕਵਿਤਾ ਸੰਗ੍ਰਹਿ ਨੇ, 4 ਕਹਾਣੀ ਸੰਗ੍ਰਹਿ ਨੇ ਅਤੇ 2 ਮਿੰਨੀ ਕਹਾਣੀ ਸੰਗ੍ਰਹਿ ਨੇ, ਇੰਟਰਵਿਊ ਦੀ ਕਿਤਾਬ ਹੈ, ਇੱਕ ਮੈਂ ਖੋਜ ਪੁਸਤਕ ਹੈ ਪੰਜਾਬ ਦੀ ਨਕਸਲਵਾੜੀ ਲਹਿਰ, ਅਤੇ 1.5 ਦਰਜਨ ਦੇ ਲਗਭਗ ਜਿਹੜੀਆਂ ਅਨੁਵਾਦ ਕਿਤਾਬਾਂ ਨੇ, ਕੁਛ ਐਡਿਟ ਕੀਤੀਆਂ ਨੇ। ਕਿਉਂਕਿ ਮੈਂ ਹੋਰ ਕੋਈ ਸ਼ੌਕ ਨਹੀਂ ਰੱਖਿਆ, ਜਾਂ ਲਿਖਣਾ ਅਤੇ ਜਾਂ ਦਫ਼ਤਰ, ਮਤਲਬ ਦੋਵੇਂ ਤੋਂ ਬਾਅਦ ਮੇਰਾ ਬਹੁਤ ਘੱਟ ਕੇ ਰਾਜ, ਇਸ ਕਰਕੇ ਮੈਨੂੰ ਇਹ 'ਚ ਕਰਨ 'ਚ ਕੋਈ ਮੁਸ਼ਕਿਲ ਨਹੀਂ, ਮੈਨੂੰ ਸ਼ੌਕ ਹੈ। ਤੁਹਾਡੇ ਕੁਛ ਨਾਵਲ ਸੀਗੇ, ਨਿੱਕੇ ਨਿੱਕੇ ਯੁੱਧ, ਆਪਣੇ ਆਪਣੇ ਮੋਰਚੇ, ਗਹਿਰ ਚੜੀ ਅਸਮਾਨ, ਕਥਾ ਇਸ ਯੁੱਗ ਦੀ, ਅੰਬਰ ਵੱਲ ਉਡਾਨ, ਖੇਤਾਂ ਦਾ ਰੁਦਨ, ਬਹੁਤ ਸਾਰੇ ਚੁਰਸਤੇ, ਬੰਜਰ ਧਰਤੀ ਅਤੇ ਹੁਣ ਇੱਕ ਖਾਂਡਵ ਦਾ। ਇਹ ਤੁਹਾਡੇ ਇਹਨਾਂ ਵਿੱਚੋਂ ਬਹੁਤ ਸਾਰੇ ਨਾਵਲ ਜਿਹੜੇ ਨੇ ਤੁਹਾਡੇ
ਚਰਚਿਤ ਵੀ ਰਹੇ ਨੇ। ਮੈਂ ਇਹਨਾਂ ਨਾਵਲਾਂ ਦੀ ਹੁਣ ਗੱਲ ਕਰਦਾ ਹਾਂ। ਤੁਹਾਡੇ ਨਾਵਲਾਂ ਦੇ ਉੱਪਰ ਹਰੀ ਕ੍ਰਾਂਤੀ ਦਾ ਬਹੁਤ ਪ੍ਰਭਾਵ ਦੇਖਣ ਨੂੰ ਮਿਲਿਆ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਦੇਖੋ ਜੀ, ਹਰ ਲੇਖਕ ਜਦੋਂ ਲਿਖਦਾ ਨਾ, ਉਹਦੇ ਅੰਦਰ ਇੱਕ ਤੜਪ ਹੁੰਦੀ ਹੈ, ਇੱਕ ਫਾਇਰ ਹੁੰਦੀ ਹੈ ਜਿਹਨੂੰ ਉਹ ਪੇਸ਼ ਕਰਨਾ ਚਾਹੁੰਦਾ। ਤੇ ਜਦੋਂ ਮੈਂ ਪਿੰਡ 'ਚ ਰਿਹਾ, ਮੈਂ ਪਿੰਡ ਦੀ ਕਿਸਾਨੀ ਦੇਖੀ ਹੋਈ ਹੈ, ਤੇ ਮੈਨੂੰ ਲੱਗਿਆ ਜਿਹੜਾ ਹਰੀ ਕ੍ਰਾਂਤੀ ਹੈ ਨਾ, ਇਹਨੇ ਪੰਜਾਬੀ ਜ਼ਿੰਦਗੀ 'ਚ ਬਹੁਤ ਸਾਰੀ ਉਥਲ ਪੁਥਲ ਮਚਾਈ ਹੈ। ਜੀ ਬਿਲਕੁਲ। ਉਸ ਤੋਂ ਬਾਅਦ ਸਾਡੇ ਕੋਲ ਨੋ ਡਾਊਟ, ਮਤਲਬ ਬਿਨਾਂ ਇਹ ਕੋਈ ਸ਼ੱਕ ਨਹੀਂ ਕਿ ਇਹਨੇ ਨਵੇਂ ਮੌਕੇ ਹੀ ਪੈਦਾ ਕੀਤੇ ਆ। ਜਿਵੇਂ ਖੇਤੀ ਦੀ ਫਸਲ ਵਧੀ, ਇਹਦੇ ਨਾਲ ਕਿਸਾਨੀ ਅਮੀਰ ਹੋਏ, ਸੜਕਾਂ ਬਣੀਆਂ, ਨਵੇਂ ਨੌਕਰੀ ਦੇ ਮੌਕੇ ਪੈਦਾ ਹੋਏ, ਸਕੂਲ ਥਾਂ ਖੁੱਲੇ, ਬਹੁਤ ਕੁਝ ਬਦਲਿਆ। ਪਰ ਇਹ ਬਦਲੇ ਨੇ ਪੰਜਾਬੀ ਮਾਨਸਿਕਤਾ ਨੂੰ ਕਿਤੇ ਨਾ ਕਿਤੇ ਖੰਡਿਤ ਵੀ ਕਰਨਾ ਸ਼ੁਰੂ ਕਰਤਾ। ਜਿਹੜਾ ਹਰਾ ਇਨਕਲਾਬ ਹੈ ਨਾ, ਇਹ 80 ਤੋਂ ਬਾਅਦ ਇਹ ਖੜੋਤ, ਤੇ ਉਸ ਤੋਂ ਬਾਅਦ ਇਹ ਪਿਛਾਂਹ ਨੂੰ ਖੜੋਤ ਮਾਰਨੀ ਸ਼ੁਰੂ ਕਰਤੀ। ਤੁਸੀਂ ਦੇਖੋ ਕਿ ਜਿਹੜਾ ਹੁਣ ਸਾਡੇ ਕੋਲ ਹਰ ਰੋਜ਼ ਹੀ ਪੰਜਾਬ 'ਚ ਦੇਖਦੇ ਕੋਈ ਨਾ ਕੋਈ ਆਤਮ ਹੱਤਿਆ ਹੋ ਰਹੀ ਹੈ ਨਾ। ਪੰਜਾਬ ਅਮੀਰ ਹੋ ਰਿਹਾ ਪਰ ਆਤਮ ਹੱਤਿਆ ਹੋ ਰਹੀ। ਹਰੇ ਇਨਕਲਾਬ ਤੋਂ ਪਹਿਲਾਂ ਇਹ ਆਤਮ ਹੱਤਿਆ ਦਾ ਰੁਝਾਨ ਨਹੀਂ ਸੀ। ਇਹ ਕਿਉਂ ਵਾਪਰ ਰਿਹਾ? ਮੈਂ ਬੇਸਿਕਲੀ ਆਪਣੇ ਨਾਵਲਾਂ 'ਚ ਇਹ ਫੜਨ ਦੀ ਕੋਸ਼ਿਸ਼ ਕੀਤੀ ਹੈ ਕਿ ਹਰੇ ਇਨਕਲਾਬ ਨੇ ਪੰਜਾਬ ਨੂੰ ਅਮੀਰ ਤਾਂ ਕੀਤਾ, ਕੁਛ ਲੋਕਾਂ ਨੂੰ ਅਮੀਰ ਕੀਤਾ, ਪਰ ਜਿਹੜੀ ਗਰੀਬ ਕਿਸਾਨੀ ਸੀ, ਜਿਹੜੀ ਛੋਟੀ ਕਿਸਾਨੀ ਸੀ, ਉਹਨੂੰ ਖੇਤੀ ਤੋਂ ਬਾਹਰ ਕਰਨ ਦਾ ਕੰਮ ਵੀ ਸ਼ੁਰੂ ਕਰਤਾ, ਉਦੋਂ ਹੀ ਕਰਤਾ। ਮਤਲਬ ਜਿਹੜੇ ਕਿਸਾਨ ਅਮੀਰ ਸੀਗੇ ਉਹ ਹੋਰ ਅਮੀਰ ਹੋ ਗਏ, ਗਰੀਬ ਜਿਹੜੇ ਸੀ ਹੋਰ ਗਰੀਬ ਹੋ ਗਏ। ਤੁਸੀਂ ਸ਼ਾਇਦ ਜੇ ਅੰਕੜੇ ਦੇਖੋ ਤੇ ਪਿਛਲੇ ਜਿਹੜੇ 10 ਸਾਲਾਂ ਵਿੱਚ ਹੀ ਲਗਭਗ 1 ਲੱਖ ਤੋਂ ਵੱਧ ਜਿਹੜੇ ਛੋਟੇ ਕਿਸਾਨ ਸੀ ਉਹ ਖੇਤੀ ਤੋਂ ਬਾਹਰ ਹੋ ਗਏ ਨੇ, ਜ਼ਮੀਨਾਂ ਵੇਚ ਕੇ। ਲੈਂਡ ਉਹਨਾਂ ਕੋਲ ਲੈਂਡ ਹੋਲਡਿੰਗ, ਕਰਜ਼ੇ ਦੇ ਭਾਰ ਹੇਠਾਂ ਹੋਰ ਆਈ ਜਾਂਦੇ, ਕਰਜ਼ੇ ਦੇ ਭਾਰ ਹੇਠਾਂ ਇੱਕ ਹੋਰ ਫੈਨੋਮਨਾ, ਉਹ ਜ਼ਮੀਨ ਵੇਚ ਕੇ ਆਪਣਾ ਸਾਰਾ ਕੁਝ ਲੇਬਰ ਕਲਾਸ 'ਚ ਵੜ ਰਹੇ। ਹੁਣ ਇਹ ਜਿਹੜਾ ਫੈਨੋਮਨਾ, ਇਹਨੂੰ ਸਮਝਣ ਲਈ ਮੈਨੂੰ ਲੱਗਦਾ ਕਿ ਜਿਹੜਾ ਸਾਹਿਤ ਹੈ ਨਾ, ਇਹ ਬੈਟਰ ਫੜ ਸਕਦਾ। ਕਿਉਂਕਿ ਜਦੋਂ ਸਾਡੇ ਤੁਸੀਂ ਸਮਾਜ ਸ਼ਾਸਤਰ ਜਾਂ ਆਰਥਿਕਤਾ ਵਾਲੇ ਅੰਕੜੇ ਪੇਸ਼ ਕਰਦੇ ਨੇ, ਉਹ ਅੰਕੜੇ ਦੇ ਪਿੱਛੇ ਮਾਨਸਿਕ ਜਿਹੜਾ ਬੰਦਾ ਬੇਜ਼ਮੀਨਾ, ਜਦੋਂ ਇੱਕ ਕਿਸਾਨ ਜ਼ਮੀਨ ਤੋਂ ਬਾਹਰ ਬੇਜ਼ਮੀਨਾ ਹੁੰਦਾ, ਉਹ ਜਿਹੜੀ ਮਾਨਸਿਕ ਟੁੱਟਣ ਹੈ, ਮੈਂ ਉਸ ਨੂੰ ਲਗਾਤਾਰ ਆਪਣੇ ਨਾਵਲਾਂ 'ਚ ਫੜਿਆ ਵੀ ਜਦੋਂ ਇਹ ਡਿਵੈਲਪਮੈਂਟ ਦਾ ਮਾਡਲ ਹੈ, ਜਿਹੜਾ ਖੇਤੀ ਦੀ ਡਿਵੈਲਪਮੈਂਟ ਦਾ ਹੀ ਮਾਡਲ ਹੈ, ਇਹ ਸਾਡੇ ਕੋਲ ਕਾਰਪੋਰੇਟ ਦਾ ਡਿਵੈਲਪਮੈਂਟ ਦਾ ਮਾਡਲ ਹੈ। ਜਿਵੇਂ ਕਾਰਪੋਰੇਟ 'ਚ ਉਦਯੋਗਾਂ 'ਚ ਕੀ ਹੋ ਰਿਹਾ ਕਿ ਛੋਟੇ ਉਦਯੋਗ ਮਰ ਰਹੇ ਨੇ, ਵੱਡੇ ਉਦਯੋਗ ਪ੍ਰਫੁੱਲਤ ਹੋ ਰਹੇ ਨੇ। ਇਵੇਂ ਕਿਸਾਨੀ 'ਚ ਹੋ ਰਿਹਾ ਕਿ ਜਿਹੜੀ ਛੋਟੀ ਕਿਸਾਨੀ ਮਰ ਰਹੀ ਹੈ, ਵੱਡੀ ਫਾਰਮਿੰਗ ਡਿਵੈਲਪ ਹੋ ਰਹੀ ਹੈ। ਗਹਿਰ ਚੜੀ ਅਸਮਾਨ ਨਾਵਲ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੀ ਗੱਲ ਕੀਤੀ ਸੀ। ਹਾਂ, ਗਹਿਰ ਚੜੀ ਅਸਮਾਨ ਮੇਰਾ ਪਹਿਲਾ ਨਾਵਲ ਹੈ ਜੀ। ਅਸਲ 'ਚ ਇਹ ਉਸ ਟੁੱਟਣ ਨੂੰ ਫੜਦਾ ਜਦੋਂ ਹਰਾ ਇਨਕਲਾਬ ਸ਼ੁਰੂ ਹੁੰਦਾ। ਹਰਾ ਇਨਕਲਾਬ ਇਹ ਅਸਲ 'ਚ ਪੰਜਾਬ ਦੀ ਉਸ ਵੇਲੇ ਦੀ ਜਿਹੜੀ ਇੱਕ ਖਾਸ ਕਿਸਮ ਦੀ ਤਰੱਕੀ ਦੀ ਝਲਕ ਹੈ ਨਾ, ਇਹਦੇ 'ਚ ਉਹ ਹੈ ਵੀ ਨਵੀਆਂ ਫਸਲਾਂ ਆ ਰਹੀਆਂ, ਨਵੇਂ ਬੀਜ ਆ ਰਹੇ ਆ, ਨਵੇਂ ਸਰਕਾਰੀ ਸਕੂਲ ਖੋਲ੍ਹੇ, ਨਵੀਆਂ ਨੌਕਰੀਆਂ ਆ ਰਹੀਆਂ, ਤੇ ਇਹਨੇ ਇੱਕ ਝਲਕ ਦੇ ਸੀ ਤਰੱਕੀ ਦੀ। ਮੈਂ ਇਹਦੇ 'ਚ ਉਹ ਤਰੱਕੀ ਦੀ ਝਲਕ ਜਿਹੜੀ ਆ ਫੜਨ ਦੀ ਕੋਸ਼ਿਸ਼, ਕਿਉਂਕਿ ਮੇਰੇ ਮਨ 'ਚ ਪ੍ਰੋਜੈਕਟ ਸੀ ਕਿ ਟੋਟਲ ਜਿਹੜੀ ਜਿਉਂ ਸਮੇਂ ਸਪੈਨ ਨਾਲ ਜਿਉਂ ਬਦਲਿਆ ਨਾ ਪੰਜਾਬ ਉਹ ਲਾਈਫ ਨੂੰ ਉਹਦੇ ਪੈਰਲਲ, ਉਹਦੇ ਸਮਾਂਤਰ ਲੈ ਕੇ ਫੜਿਆ ਜਾਏ। ਤੇ ਇਸ ਨਾਵਲ 'ਚ ਜਿਹੜੇ ਹਰੇ ਇਨਕਲਾਬ ਨੇ, ਜਿਹੜੀ ਪਹਿਲੀਆਂ ਸ਼ੋਆਂ ਨੇ ਜਿਹੜੀਆਂ ਆਈਆਂ ਨੇ ਪੰਜਾਬੀ, ਤੇ ਉਹਦੇ ਨੇ ਜਿਹੜੀਆਂ ਇੱਕ ਮੌਕੇ ਪੈਦਾ ਕੀਤੇ ਨੇ ਇਸ ਨਾਵਲ 'ਚ, ਬੇਸਿਕਲੀ ਉਹ ਸ਼ੋਆਂ ਨੇ ਵੀ ਕਿਵੇਂ ਇਸ ਹਰੇ ਇਨਕਲਾਬ ਨੇ ਆਸ਼ਾਵਾਂ ਵੀ ਪੈਦਾ ਕੀਤੀਆਂ ਨੇ। ਇਹ ਤੋਂ ਬਾਅਦ ਦਾ ਨਾਵਲ ਹੈ ਜਿਹੜਾ ਉਹ ਨਿੱਕੇ ਨਿੱਕੇ ਯੁੱਧ ਹੈ, ਉਹ ਵੀ ਇਹਨਾਂ ਆਸ਼ਾਵਾਂ ਨੂੰ ਪੈਦਾ ਕਰਦਾ ਵੀ ਹਰੇ ਇਨਕਲਾਬ ਨੇ ਕੁਛ ਜੋ ਕੀਤਾ, ਤਰੱਕੀ ਕੀਤੀ ਹੈ, ਲੋਕ ਨਵੇਂ ਕਿੱਤੇ ਆ ਰਹੇ ਨੇ। ਉਹਦੇ ਵਿੱਚ ਤੁਹਾਡਾ ਕੇਂਦਰ ਬਿੰਦੂ ਜਿਹੜਾ ਸੀ ਉਹ ਜ਼ਿੰਦਗੀ ਦੇ ਉੱਪਰ ਸੀ ਲਗਭਗ। ਨਹੀਂ, ਜ਼ਿੰਦਗੀ ਹਾਂ, ਜ਼ਿੰਦਗੀ ਤਾਂ ਸਾਰਿਆਂ 'ਚ ਹੀ ਰਹੀ ਹੈ, ਜ਼ਿੰਦਗੀ ਤਾਂ ਪਹਿਲੇ 'ਚ ਵੀ ਹੈ, ਪਰ ਜ਼ਿੰਦਗੀ ਰਵਾਇਤਾਂ ਨਾਲ ਜੁੜੀ ਹੋਈ ਹੈ। ਸਮੇਂ ਦੇ ਹਿਸਾਬ ਬਦਲਦੀ ਗਈ, ਨਿੱਕੇ ਨਿੱਕੇ ਜੋ ਚਾਹ ਕੇ ਉਹ ਥੋੜੀ ਜਿਹੀ ਜ਼ਿੰਦਗੀ ਬਦਲਦੀ ਹੈ ਬੇਸਿਕ। ਪਰ ਜਦੋਂ ਤੀਜਾ ਨਾਵਲ ਮੈਂ ਲਿਖਦਾ ਨਾ, ਆਪਣੇ ਮੋੜ ਤੇ, ਉੱਥੇ ਆ ਕੇ ਹਰੇ ਇਨਕਲਾਬ ਦੇ ਪ੍ਰਭਾਵ ਸਪਸ਼ਟ ਦਿਸਣ ਲੱਗ ਪਏ ਨੇ ਵੀ ਇਹ ਕੋਈ ਪੰਜਾਬੀ ਸਮਾਜ ਲਈ, ਜਿਹੜਾ ਰਵਾਇਤੀ ਪੰਜਾਬੀ ਸਮਾਜ ਸੀ, ਉਹਦੇ 'ਚ ਬਹੁਤ ਵੱਡਾ ਬਿੱਡ ਮਾਰਿਆ ਜਾ। ਤਾਂ ਸਾਡੀ ਜ਼ਿੰਦਗੀ, ਪੰਜਾਬੀ ਦੀ ਜ਼ਿੰਦਗੀ ਨੂੰ ਇਹ ਇੱਕ ਖਾਸ ਦਿਸ਼ਾ 'ਚ ਧੱਕ ਰਿਹਾ, ਜਿਹੜੀ ਖਾਸ ਦਿਸ਼ਾ ਜਿਹੜੀ ਸਰਮਾਏਦਾਰੀ ਜੀਵਨ ਜਾਂਚ ਹੈ, ਉਹ ਜਿਹੜੀ ਕਿਤੇ ਨਾ ਕਿਤੇ ਸਾਡੇ ਪੰਜਾਬ ਨੂੰ ਤੋੜ ਦੋ। ਸਰਮਾਏਦਾਰੀ ਦਾ ਪਲੜਾ ਭਾਰੀ ਦਿਖਾਇਆ, ਮਤਲਬ ਉਸ ਰਾਹ ਤੇ ਤੁਰਿਆ ਜਿਸ ਕਿਸਮ ਨੂੰ ਸਾਡਾ ਡਿਵੈਲਪਮੈਂਟ ਦਾ ਮਾਡਲ ਤੁਰਿਆ ਹੋਇਆ ਨਾ, ਉਸ ਰਾਹ ਤੇ ਵੀ ਇਹ ਪੰਜਾਬੀ ਪੇਂਡੂ ਸਮਾਜ ਨੂੰ ਖਿੱਚ ਕੇ ਲੈ ਗਿਆ। ਤੇ ਇਹ ਜਿਹੜਾ ਲਾਸਟ ਨਾਵਲ, ਇਹ ਜਿਹੜਾ ਇਸੇ ਲੜੀ ਦਾ ਚੌਥਾ ਨਾਵਲ ਸੀ, ਜਿਹੜਾ ਇੱਕ ਪਿੰਡ ਨੂੰ ਪੇਸ਼ ਕਰਨਾ, ਉਹ ਇਸ ਲੜੀ ਦਾ ਚੌਥਾ ਨਾਵਲ ਸੀ।
ਕਥਾ ਇਸ ਯੁੱਗ ਦੀ। ਉਹਦੇ 'ਚ ਆ ਕੇ ਮੈਂ ਦੱਸਿਆ ਵੀ ਇਹ ਪੰਜਾਬ ਦੀ ਹੁਣ ਦੇਖੋ ਪੰਜਾਬ 'ਚ ਪਿੰਡਾਂ 'ਚ ਪੋਲਿਊਸ਼ਨ ਦੀ ਸਮੱਸਿਆ ਕ੍ਰੀਏਟ ਹੋ ਗਈ ਹੈ, ਸੀਵਰੇਜ ਦੀ ਸਮੱਸਿਆ ਕ੍ਰੀਏਟ ਹੋ ਗਈ ਹੈ। ਇਹ ਸਮੱਸਿਆਵਾਂ 70 ਤੋਂ ਪਹਿਲਾਂ ਨਹੀਂ ਸੀ। ਇਹ ਹੁਣ ਸਾਡੇ ਕੋਲ ਹਾਲੇ ਵੀ ਕੋਈ ਇਨਫਰਾਸਟਰਕਚਰ ਨਹੀਂ ਜਿਹੜਾ ਇਹ ਸਮੱਸਿਆ ਨੂੰ ਡੀਲ ਕਰਨ ਲਈ ਹੋਵੇ ਜੀ, ਹੈ ਨਾ। ਪਿੰਡਾਂ 'ਚ ਸਾਡੇ ਟੋਭੇ ਜਿਹੜੇ ਨੇ ਨੈਚੁਰਲ ਸੋਰਸ ਸੀ, ਉਹ ਸਾਰੇ ਗੰਦੇ ਨਾਲੇ ਸਰੋਤ ਬਣ ਕੇ ਰਹਿ ਗਏ ਨੇ। ਪਿੰਡਾਂ 'ਚ ਕੈਂਸਰ ਵਰਗੀਆਂ ਬਿਮਾਰੀਆਂ ਪਹੁੰਚ ਗਈਆਂ ਨੇ। ਇਹ ਵਾਤਾਵਰਣ ਸਮੇਂ ਦੇ ਹਿਸਾਬ ਨਾਲ ਬਦਲਾਅ ਆ ਗਿਆ। ਸਮੇਂ ਦੇ ਹਿਸਾਬ ਨਾਲ ਬਦਲਾਅ ਇਨਫਰਾਸਟਰਕਚਰ 'ਚ ਆਇਆ, ਪਰ ਉਹਦੇ ਨਾਲ ਜਿਹੜਾ ਉਹਨੂੰ ਸਾਂਭਣ ਲਈ ਇਨਫਰਾਸਟਰਕਚਰ ਕ੍ਰੀਏਟ ਕਰਨੇ ਉਹ ਨਹੀਂ ਹੋਇਆ। ਮਤਲਬ ਤੁਸੀਂ ਗੰਦੇ ਪਾਣੀ ਨੂੰ ਟ੍ਰੀਟਮੈਂਟ ਕਰਨ ਲਈ ਕੋਈ ਇਹ ਤਾਂ ਲਾ ਰਿਹਾ ਵੀ ਪਿੰਡਾਂ 'ਚ ਵਾਟਰ ਸਪਲਾਈ ਪਹੁੰਚਾਤੀ ਜੀ, ਬੋਰ ਹੋ ਗਏ, ਘਰਾਂ 'ਚ ਨਲਕੇ ਲੱਗ ਗਏ, ਹੈ ਨਾ, ਟੈਂਕੀਆਂ ਲੱਗ ਗਈਆਂ ਕਿਉਂਕਿ ਪਾਣੀ ਦੀ ਕੰਜ਼ੰਪਸ਼ਨ ਵੱਧ ਗਈ। ਪਰ ਉਸ ਪਾਣੀ ਦਾ ਜਿਹੜਾ ਉਸ ਨੂੰ ਜਿਹੜੇ ਸੀਵਰੇਜ ਨੂੰ ਸਾਂਭਣ ਦਾ ਮਤਲਬ ਬਿਮਾਰੀ ਹੋ ਗਈ ਪਰ ਉਹਦਾ ਇਲਾਜ ਨਹੀਂ ਲੱਭਿਆ। ਕੰਜ਼ਿਊਮਰ ਖਪਤ ਵੱਧ ਗਈ ਪਰ ਖਪਤ ਨੂੰ ਸਾਂਭਣਾ ਕਿਵੇਂ ਆ ਉਹ ਅਸੀਂ ਕੋਈ ਇਨਫਰਾਸਟਰਕਚਰ ਨਹੀਂ ਡਿਵੈਲਪ ਕੀਤਾ। ਔਰ ਇਹਦੇ ਨਾਲ ਪੰਜਾਬ ਬਹੁਤ ਬੁਰੀ ਤਰ੍ਹਾਂ ਤਬਾਹੀ ਵੱਲ ਵੱਧ ਰਿਹਾ। ਔਰ ਇਹ ਆਉਣ ਵਾਲੇ ਜੇ ਅਸੀਂ ਹਾਲੇ ਵੀ ਇਸ ਮਾਡਲ 'ਤੇ ਸਿੱਧੇ ਇਸ ਰੂਪ 'ਚ ਤੁਰੇ ਰਹੇ ਤੇ ਆਉਣ ਵਾਲੇ 50 ਸਾਲਾਂ 'ਚ ਕੀ ਬਣੂਗਾ ਇਹ ਸੋਚ ਕੇ ਕੰਮ ਬਾਜੀ। ਪਰਵਾਨਾ ਜੀ, ਅਗਲੇ ਕਈ ਨਾਵਲਾਂ ਵਿੱਚ ਤੁਸੀਂ ਮਾਰਕਸਵਾਦ, ਨਕਸਲਵਾਦ ਦੀ ਗੱਲ ਕੀਤੀ। ਤੁਸੀਂ ਮਾਰਕਸਵਾਦ ਦਾ ਤੁਹਾਡੇ ਤੇ ਪ੍ਰਭਾਵ ਕਿਸ ਤਰ੍ਹਾਂ ਪਿਆ? ਦੇਖੋ, ਮੈਂ ਤਾਂ ਜਿਹੜਾ ਸਟੂਡੈਂਟ ਲਾਈਫ ਤੋਂ, ਮੈਂ ਪਹਿਲਾਂ ਵੀ ਕਿਹਾ, ਵਿਦਿਆਰਥੀ ਜ਼ਿੰਦਗੀ ਤੋਂ ਮੈਂ ਇਸ ਲਹਿਰ ਨਾਲ ਜੁੜਿਆ ਹੋਇਆ ਕਿਸੇ ਨਾ ਕਿਸੇ ਰੂਪ 'ਚ। ਤੇ ਮੈਨੂੰ ਹਾਲੇ ਵੀ ਲੱਗਦਾ ਕਿ ਜ਼ਿੰਦਗੀ ਨੂੰ, ਸਮਾਜ ਨੂੰ ਸਮਝਣ ਦਾ ਜੇ ਸਭ ਤੋਂ ਕੋਈ ਬਿਹਤਰੀਨ ਸੰਦ ਹੈ ਤੇ ਉਹ ਮਾਰਕਸਵਾਦ ਹੈ। ਜੇ ਨਾ ਹੀ ਜ਼ਿੰਦਗੀ ਬਦਲੇ ਜ਼ਿੰਦਗੀ ਤੇ ਬਦਲੇ ਸਮਾਜ ਨੂੰ ਸਮਝ ਸਕਦੇ। ਤੇ ਮੇਰੀ ਸਾਰੀਆਂ ਰਚਨਾਵਾਂ 'ਚ ਕਿਤੇ ਨਾ ਕਿਤੇ ਇਹ ਦ੍ਰਿਸ਼ਟੀ ਕਾਇਮ ਹੈ। ਇਹ ਦ੍ਰਿਸ਼ਟੀ ਨਾਲ ਹੀ ਮੈਂ ਦੇਖ ਰਿਹਾ ਵੀ ਜ਼ਿੰਦਗੀ ਕਿਵੇਂ ਤਬਾਹੀ ਵੱਲ ਵੱਧ ਰਹੀ ਹੈ। ਕਿਉਂਕਿ ਜੇ ਇਹ ਦ੍ਰਿਸ਼ਟੀ ਨਾ ਹੁੰਦੀ, ਮੈਨੂੰ ਹਰੇ ਇਨਕਲਾਬ ਦੀਆਂ ਬਰਕਤਾਂ ਦੱਸਣੀਆਂ ਸੀ ਜੀ, ਪਰ ਮੈਂ ਜ਼ਿੰਦਗੀ ਤੋਂ ਦੇਖਿਆ ਕਿ ਮੈਨੂੰ ਬਰਕਤਾਂ, ਹੁਣ ਅਸੀਂ ਜਿਹੜਾ ਮੇਰਾ ਲੇਟੈਸਟ ਨਾਵਲ ਹੈ ਖਾਂਡਵ ਦਾ, ਉਹਦੇ 'ਚ ਮੈਂ ਰਿਗਵੇਦ ਤੋਂ ਲੈ ਕੇ ਜਿਹੜੀ ਹੁਣ ਤੱਕ ਦੀ ਸਮਾਜਿਕ ਵਿਕਾਸ ਹੈ ਜਿਵੇਂ ਹੋਇਆ ਉਹਨੂੰ ਚਿਤਰਨ ਦੀ ਕੋਸ਼ਿਸ਼ ਕੀਤੀ। ਮੈਂ ਉਹ ਕੁਛ ਜਿੱਦਾਂ ਰਿਗਵੇਦ ਹੈ ਜਾਂ ਵਾਲਮੀਕੀ ਰਾਮਾਇਣ ਹੈ ਜਾਂ ਮਹਾਂਭਾਰਤ ਹੈ, ਇਹ ਟੈਕਸਟ ਮੈਂ ਇਹਨਾਂ ਦੇ ਅਨੁਵਾਦ ਪੜ੍ਹੇ ਨੇ। ਤੇ ਉਹਨਾਂ ਅਨੁਵਾਦਾਂ 'ਚੋਂ ਮੈਂ ਉਹ ਪੜ੍ਹਨ ਤੋਂ ਬਾਅਦ ਮੈਨੂੰ ਇਸ ਜੇ ਪਹੁੰਚਿਆ ਕਿ ਸਾਡੇ ਕੋਲ ਜਿਹੜਾ ਡਿਵੈਲਪਮੈਂਟ ਦਾ ਇਹ ਮਾਡਲ ਹੈ, ਜੇ ਤੇ ਅਸੀਂ ਤੁਰੇ ਹੋਏ ਹਾਂ, ਇਹ ਹੁਣ ਦਾ ਨਹੀਂ। ਇਹ ਵਿਕਾਸ ਤਾਂ ਜਿਉਂ ਹੀ ਇਹ ਸਭਿਅਤਾ ਤੁਰੀ ਹੈ, ਇਹ ਸਭ ਮਨੁੱਖ ਸਭਿਅਤਾ ਉਦੋਂ ਦਾ ਤੁਰਿਆ ਹੋਇਆ। ਤੇ ਇਹਦੇ 'ਚ ਹੁਣ ਫਰਕ ਇਹ ਪਿਆ ਕਿ ਹੁਣ ਮਸ਼ੀਨੀ ਦਖਲ ਆ ਗਿਆ ਤੇ ਜਿਹੜੀ ਪਹਿਲਾਂ ਬੜਾ ਸਲੋ ਵਿਕਾਸ ਸੀਗਾ ਉਹ ਇੱਕਦਮ ਤੇਜ਼ੀ ਫੜ ਗਿਆ, ਹੈ ਨਾ। ਸਾਨੂੰ ਜੇ ਸਮਾਜ ਦਾ ਨੂੰ ਅਸੀਂ ਬਚਾਉਣਾ, ਇਹਦਾ ਬਿਹਤਰ ਭਵਿੱਖ ਬਣਾਉਣਾ, ਤੇ ਉਹ ਕਿਤੇ ਨਾ ਕਿਤੇ ਇਸ ਪੂੰਜੀਵਾਦੀ ਜਿਹੜਾ ਵਿਕਾਸ ਮਾਡਲ ਹੈ ਇਹਨੂੰ ਰੱਦ ਕਰਕੇ ਸਾਨੂੰ ਕੁਦਰਤ ਵੱਲ ਮੁੜਨਾ ਪਊਗਾ। ਮਸ਼ੀਨੀਕਰਨ ਦੇ ਵਿੱਚ ਇਨਸਾਨੀ ਕਿਰਤ ਜਿਹੜੀ ਘੱਟ ਹੋ ਗਈ ਨਹੀਂ, ਮਸ਼ੀਨੀਕਰਨ ਦੇ ਨਾਲ ਇਨਸਾਨੀ ਕਿਰਤ ਘੱਟ ਹੋਈ ਹੈ, ਪਰ ਉਹਦੇ ਨਾਲ ਹੋਇਆ ਕੀ ਹੈ ਕਿ ਉਹਦੀ ਕਿਰਤ ਦਾ ਜਿਹੜੀ ਘੱਟ ਹੋਈ, ਜਿਹੜੀ ਮਸ਼ੀਨ ਦਾ ਲਾਭ ਨੇ ਉਹ ਕੁਛ ਲੋਕਾਂ ਨੂੰ ਮਿਲ ਰਹੇ ਨੇ। ਕੁਛ ਲੋਕ ਤਾਂ ਬਹੁਤ ਅਮੀਰ ਹੋ ਗਏ। ਤੁਸੀਂ ਪਿਛਲੇ ਜੇ 500 ਸਾਲਾਂ ਦੇ ਅੰਕੜੇ ਦੇਖੋ ਤੇ ਭਾਰਤ 'ਚ ਅਮੀਰਾਂ ਦੀ ਗਿਣਤੀ ਵੱਧ ਰਹੀ ਹੈ, ਬਿਲਕੁਲ ਜੀ, ਹੈ ਨਾ। ਉਹ ਦੁਨੀਆ ਦੇ 100 ਅਮੀਰਾਂ 'ਚ ਪਹਿਲੇ ਆ, ਪਰ ਦੂਜੇ ਪਾਸੇ ਭਾਰਤ ਦੀ ਗਰੀਬੀ ਵੀ ਬਹੁਤ ਵੱਧ ਰਹੀ ਹੈ। ਜਿਹੜਾ ਸਾਡੇ ਮਸ਼ੀਨ ਨੇ ਆਉਣ ਨਾਲ ਜਿਹੜੀ ਸਾਡੇ ਡਿਵੈਲਪਮੈਂਟ ਕੀਤਾ, ਉਹਦੇ ਨਾਲ ਕੁਛ ਲੋਕ ਬਹੁਤ ਅਮੀਰ ਹੋ ਰਹੇ ਤੇ ਕੁਛ ਲੋਕ ਭੁੱਖਮਰੀ। ਸਮਾਜ ਦਾ ਇੱਕ ਤਬਕਾ ਹੈਗਾ ਜਿਹਦੇ ਤੱਕ ਸਹੂਲਤਾਂ ਪਹੁੰਚਣ। ਇਹ ਜੇ ਅਲਟਰਨੇਟਿਵ ਜਿਹੜਾ ਉਹ ਤੇ ਮਾਰਕਸਵਾਦੀ ਜਿਹੜੀ ਹੈਗੀ ਹੈ ਦ੍ਰਿਸ਼ਟੀ ਅਨੁਸਾਰ ਕਿਤੇ ਨਾ ਕਿਤੇ ਜਿਹੜੇ ਸਾਧਨਾਂ ਦੀ ਸਾਂਝ ਇੱਕੋ ਜਿਹੀ ਵੰਡ ਨਾਲ ਜੁੜਿਆ ਹੋਇਆ, ਫੇਰ ਹੀ ਸ਼ਾਇਦ ਕੁਛ ਬਣ ਸਕਦਾ, ਨਹੀਂ ਤਾਂ ਅਸੀਂ ਬਹੁਤ ਬੁਰੀ ਤਰ੍ਹਾਂ ਤਬਾਹੀ ਵੱਲ ਵੱਧ ਰਹੇ ਹਾਂ। ਪਰਵਾਨਾ ਜੀ, ਅਸੀਂ ਨਾਵਲਾਂ ਦੀ ਗੱਲ ਕੀਤੀ। ਤੁਹਾਡੇ ਨਾਵਲ ਦੇ ਹਰ ਵਿਸ਼ੇ ਜਿਹੜੇ ਨੇ ਉਹ ਅਲੱਗ-ਅਲੱਗ ਨੇ, ਪਰ ਜਿਹੜਾ ਖਾਂਡਵ ਦਾ ਨਾਵਲ ਆ ਉਹ ਵੱਖਰੀ ਕਿਸਮ ਦਾ ਨਾਵਲ ਆ। ਇਸ ਤਰ੍ਹਾਂ ਲੱਗਦਾ ਕਿ ਤੁਸੀਂ ਮਾਰਕਸਵਾਦ ਅਤੇ ਨਕਸਲਵਾਦ ਜਿਹੜਾ ਆ ਉਹਨੂੰ ਤਲਾਂਜਲੀ ਦੇ ਦਿੱਤੀ ਹੈ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ? ਨਹੀਂ, ਬੇਸਿਕਲੀ ਤਲਾਂਜਲੀ ਨਹੀਂ ਦਿੱਤੀ। ਇਹ ਇੱਕ ਜਿਹੜੀ ਕ੍ਰੀਏਟਿਵ ਢੰਗ ਨਾਲ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਮੇਰਾ ਪਹਿਲਾ ਨਾਵਲ ਹੈ ਜਿਹੜਾ ਨਕਸਲੀ ਸਿਮਟ ਦਾ ਆਕਾਸ਼, ਉਹ ਬੇਸਿਕਲੀ ਨਕਸਲੀ ਲਹਿਰ ਤੇ ਆ ਵੀ ਨਕਸਲੀ ਲਹਿਰ ਜਾਂ ਕਮਿਊਨਿਸਟ ਲਹਿਰ ਕਿਉਂ ਸੁੰਗੜੀ ਹੈ। ਇਹ ਕਾਰਨ ਨੇ, ਕਿਉਂਕਿ ਮੇਰੀ ਅੰਡਰਸਟੈਂਡਿੰਗ ਉਹ ਹੈ
ਵੀ ਕ੍ਰੀਏਟਿਵ ਢੰਗ ਨਾਲ ਜਿਵੇਂ ਇਹ ਲਹਿਰ ਆਉਣੀ ਚਾਹੀਦੀ, ਜਿਵੇਂ ਇਹਦੇ ਕਾਰਕੁਨਾਂ ਨੂੰ ਇੱਕ ਵੱਖਰਾ ਜੀਵਨ ਜਾਤ ਸਿਰਜਣੀ ਚਾਹੀਦੀ, ਉਹ ਸਿਰਜ ਨਹੀਂ ਸਕੇ। ਇਸੇ ਕਰਕੇ ਇਹ ਫੇਲਰ, ਇਹ ਸੰਗੁੜੀ ਹੈ ਜਦ ਇਹ ਫੇਲ ਹੋਈ ਹੈ। ਹੁਣ ਕਿਸੇ ਨੂੰ ਇਹ ਨਾਵਲ ਕਮਿਊਨਿਸਟ ਵਿਰੋਧੀ ਵੀ ਲੱਗ ਸਕਦਾ, ਪਰ ਮੈਨੂੰ ਲੱਗਦਾ ਕਿ ਜੇ ਤੁਸੀਂ ਕਿਸੇ ਲਹਿਰ 'ਚੋਂ ਤੇ ਉਹ ਲਹਿਰ ਸੁੰਗੜ ਰਹੀ ਹੈ ਤਾਂ ਤੁਹਾਨੂੰ ਉਹਦੇ ਕਾਰਨ ਤਲਾਸ਼ਣੇ ਜ਼ਰੂਰ ਪੈਣਗੇ ਤੇ ਤਦੇ ਹੀ ਤੁਸੀਂ ਵੱਧ ਸਕਦੇ ਹੋ। ਜੇ ਤੁਹਾਨੂੰ ਇਹ ਪਤਾ ਹੋਵੇ ਤੁਹਾਡੀ ਫੇਲਰ ਦੇ ਕਾਰਨ ਕੀ ਨੇ, ਤੁਸੀਂ ਸਫਲਤਾ ਵੀ ਤਦ ਹੀ ਪੈਦਾ ਕਰ। ਤੇ ਮੈਂ ਉਹਨਾਂ ਕਾਰਨ ਕੁਛ ਮੈਂ ਹੋ ਸਕਦਾ ਗਲਤ ਹੋਣ, ਕਿਸੇ ਨੂੰ ਗਲਤ ਲੱਗਦੇ, ਪਰ ਜੋ ਮੇਰੀ ਸਮਝ ਸੀ ਮੈਂ ਉਹਨਾਂ ਤੇ ਉਹ ਸੰਸਾਰ ਸਮਝਣ ਦੀ ਕੋਸ਼ਿਸ਼ ਕੀਤੀ ਵੀ ਆਹ ਕਾਰਨ ਨੇ ਜਿਹਦੇ ਕਰਕੇ ਅਸੀਂ ਕਮਿਊਨਿਸਟ ਲਹਿਰ ਜਿਹੜੀ ਹੈ ਪਿੱਛੇ ਨੂੰ ਗਈ ਹੈ। ਤੇ ਜਿਹੜਾ ਖਾਂਡਵ ਦਾ ਉਹ ਬੇਸਿਕਲੀ ਇੱਕ ਇਸ ਦ੍ਰਿਸ਼ਟੀ ਤੋਂ ਹੀ ਸਮਾਜ ਨੂੰ ਸਮਝਣ ਦਾ ਦਚਨ ਹੈ ਵੀ ਕਿਹੜੇ ਕਾਰਨ ਸੀ ਵੀ ਵਿਕਾਸ, ਜਦੋਂ ਮਨੁੱਖ ਜਦੋਂ ਟੋਟਲ ਸਾਡਾ ਬਿਹੇਵੀਅਰ ਹੈ, ਸਵੇਰੇ ਉੱਠ ਕੇ ਜਿਵੇਂ ਤਿਆਰ ਹੁੰਦੇ ਆ, ਜਿਵੇਂ ਖਾਂਦੇ ਆ, ਜਿਵੇਂ ਦਫ਼ਤਰ ਜਾਂਦੇ ਆ, ਇਹ ਇੱਕ ਲਾਈਫ ਜਿਹੜੀ ਇੱਥੇ ਲਾਈਫ ਹੈ, ਇਹ ਲਾਈਫ ਪਿੰਡ 'ਚ ਹੋਰ ਤਰ੍ਹਾਂ ਲਾਈਫ ਹੈ। ਪਿੰਡ 'ਚ ਇਹ ਨਹੀਂ ਕਿ 9 ਵਜੇ ਤੱਕ ਹਰ ਹਾਲ 'ਚ ਨਹਾ ਕੇ ਤਿਆਰ ਹੋ ਕੇ। ਹੁਣ ਇਹ ਖਾਂਡਵ ਦਾ 'ਚ ਮੈਂ ਦੇਖਿਆ ਵੀ ਇਹ ਜਿਹੜਾ ਡਿਵੈਲਪਮੈਂਟ, ਜਿਹੜੀ ਇਹ ਵਿਕਾਸ ਦਾ ਜਿਹੜਾ ਜੀਵਨ ਦਾ ਸਲੀਕਾ, ਇਹ ਕਿੱਥੋਂ ਆਇਆ। ਮੈਂ ਉਸ ਸਲੀਕੇ ਦੀਆਂ ਰੂਟਸ ਜਿਹੜੀਆਂ ਨੇ ਨਾ, ਉਸ ਰੂਟਸ ਨੂੰ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ। ਤੇ ਵਿਰੋਧੀ ਨਹੀਂ, ਇਹ ਇੱਕ ਤਰ੍ਹਾਂ ਉਸ ਲਹਿਰ ਨੂੰ ਕ੍ਰੀਏਟਿਵ ਢੰਗ ਨਾਲ ਸਮਝਣ ਦਾ ਯਤਨ ਹੈ ਵੀ ਆਹ ਸਾਡੀਆਂ ਰੂਟਸ ਨੇ ਤੇ ਜੇ ਅਸੀਂ ਇਹਦੇ ਤੇ ਵੱਧਦੇ ਗਏ ਤੇ ਅਸੀਂ ਤਬਾਹੀ ਵੱਲ ਜਾਵਾਂਗੇ। ਜੇ ਅਸੀਂ ਬਚਣਾ, ਜੇ ਮਨੁੱਖਤਾ ਨੇ ਬਚਣਾ, ਜੇ ਮਨੁੱਖਤਾ ਨੇ ਬਚਣਾ, ਜੇ ਲੋਕਾਂ ਨੇ ਬਚਣਾ, ਸਮਾਜ ਨੇ ਬਚਣਾ, ਤਾਂ ਇਹਦੇ ਬਦਲਵੇਂ ਰੂਟਸ ਤਲਾਸ਼ ਕਰਨੇ ਪੈਣਗੇ, ਤਲਾਸ਼ਣੇ ਪੈਣਗੇ। ਤੇ ਉਹ ਰੂਟਸ ਜਿਹੜੇ ਨੇ, ਉਹ ਜਿਹੜੇ ਨਵੀਂ ਜੀਵਨ ਜਾਚ ਹੈ, ਉਹ ਸਿਰਫ ਤੇ ਸਿਰਫ ਸਾਂਝੀਵਾਲਤਾ 'ਚ ਹੈ, ਉਹ ਪੂੰਜੀਵਾਦ 'ਚ ਨਹੀਂ ਹੈ। ਉਹਦਾ ਅਲਟਰਨੇਟਿਵ ਕੀ ਹੈ? ਸਾਂਝੀਵਾਲਤਾ, ਜਿਹਦਾ ਅੱਜ ਸਾਡੇ ਕੋਲ ਸਭ ਤੋਂ ਬਿਹਤਰੀਨ ਪ੍ਰਗਟਾਵਾ ਮਾਰਕਸਵਾਦ ਹੈ। ਹੋ ਸਕਦਾ ਕੱਲ੍ਹ ਨੂੰ ਇਹ ਤੋਂ ਕੋਈ ਨਵਾਂ ਫਲਸਫਾ ਆ ਜਾਏ, ਇਹ ਤੋਂ ਬੈਟਰ ਦੇ ਜੇ, ਜਿਹੜਾ ਲੋਕਾਂ ਨੂੰ ਵੱਧ ਬਰਾਬਰਤਾ ਦੇਵੇ। ਪਰ ਹਾਲੇ ਤੱਕ ਮੈਂ ਸਮਝਦਾ ਵੀ ਮਾਰਕਸਵਾਦ ਤੋਂ ਬੈਟਰ ਜ਼ਿੰਦਗੀ ਨੂੰ, ਸਮਾਜ ਨੂੰ ਤੇ ਆਪਣੇ ਆਪ ਨੂੰ ਸਮਝਣ ਦਾ ਕੋਈ ਬਿਹਤਰੀਨ ਫਲਸਫਾ ਨਹੀਂ ਹੈ। ਇਸ ਕਰਕੇ ਮੈਂ ਇਹਦਾ ਵਿਰੋਧੀ ਨਹੀਂ। ਹਾਂ, ਜਿਹੜੇ ਆਰਗੇਨਾਈਜ਼ੇਸ਼ਨ ਮਾਡਲ ਹੈ ਇਹਦੇ, ਜਿਹੜੀਆਂ ਇਸ ਫਲਸਫੇ ਨੂੰ ਲੈ ਕੇ ਤੁਰੀਆਂ ਹੋਈਆਂ ਬਦਲਵੇਂ ਪ੍ਰਬੰਧਕ ਆਰਗੇਨਾਈਜ਼ ਮਾਡਲ, ਕਮਿਊਨਿਸਟ ਪਾਰਟੀਆਂ ਨੇ, ਜਥੇਬੰਦੀਆਂ ਨੇ, ਉਹਨਾਂ 'ਚ ਜਿਹੜੀਆਂ ਗੜਬੜਾਂ ਨੇ, ਮੈਂ ਮਾਰਕਸਵਾਦ ਤੇ ਜਿਹੜੀਆਂ ਆਰਗੇਨਾਈਜ਼ੇਸ਼ਨ ਤੋਂ ਵੱਖ-ਵੱਖ ਢੰਗ ਨਾਲ ਦੇਖਦਾ। ਮੈਨੂੰ ਲੱਗਦਾ ਕਿ ਆਰਗੇਨਾਈਜ਼ੇਸ਼ਨ ਦੀ ਗੜਬੜਾਂ ਨੇ, ਮਾਰਕਸਵਾਦ ਅੱਜ ਤੱਕ ਦਾ ਸਭ ਤੋਂ ਬਿਹਤਰੀਨ ਫਲਸਫਾ। ਪ੍ਰਵਾਨਾ ਜੀ, ਇੱਕ ਭਾਸ਼ਾ, ਜੀਵਨ ਸ਼ੈਲੀ ਅਤੇ ਆਪਾਂ ਗੱਲ ਕਰੀਏ ਨਾਵਲ ਦੀ, ਤਾਂ ਉਹਦੀ ਜਿਹੜੀ ਰੰਗਤ ਹੁੰਦੀ ਆ ਉਹ ਸੌਖੀ ਹੋਣੀ ਚਾਹੀਦੀ ਆ। ਪਰ ਤੁਹਾਡਾ ਜਿਹੜਾ ਨਾਵਲ ਆ ਉਹਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਕਿ ਤੁਸੀਂ ਜਿਹੜਾ ਮੋੜ ਕੱਟਿਆ ਉਹ ਕਾਮ ਸੰਬੰਧ ਜਿਹੜੇ ਆ ਔਰਤ ਅਤੇ ਮਰਦ ਦੇ, ਉਹਨਾਂ ਵੱਲ ਜ਼ਿਆਦਾ ਹੋ ਰਿਹਾ। ਦੇਖੋ, ਦੋ ਗੱਲਾਂ ਨੇ। ਜਿਹੜੀ 70 ਤੋਂ ਪਹਿਲਾਂ ਦੀ ਜ਼ਿੰਦਗੀ ਹੈ, 60 ਤੋਂ ਪਹਿਲਾਂ ਦੀ ਜ਼ਿੰਦਗੀ ਹੈ, ਤੇ ਜਿਹੜੀ 60 ਤੋਂ ਬਾਅਦ ਦੀ ਜ਼ਿੰਦਗੀ ਹੈ, ਤੇ ਜਿਹੜੀ 2000 ਤੋਂ ਬਾਅਦ ਦੀ ਜ਼ਿੰਦਗੀ, ਇਹਨੂੰ ਬਿਲਕੁਲ ਵੱਖਰੇ ਤਰ੍ਹਾਂ ਸੋਚਣਾ ਪਊਗਾ। ਜਿਵੇਂ ਜਿਹੜੇ ਸਾਡੇ ਕੋਲ 1960 ਤੱਕ ਦੇ ਸੀ ਨਾ ਮਿਆਰ ਅਖਲਾਕ ਦੇ, ਉਹ ਹੋਰ ਸੀ, 2000 'ਚ ਹੋਰ ਸੀ, ਤੇ ਅੱਜ 2019 'ਚ ਬਿਲਕੁਲ ਹੋਣਗੇ। ਅੱਜ ਜਦੋਂ ਤੁਹਾਡੇ ਹਰ ਯੂਥ ਦੇ ਹੱਥ 'ਚ ਮੋਬਾਈਲ ਫੜਿਆ, ਜਿਹਦੇ 'ਚ ਸਾਰੀਆਂ ਪੋਰਨ ਸਾਈਟਾਂ ਖੁੱਲ੍ਹ ਰਹੀਆਂ ਨੇ, ਉਹ ਮਿਆਰ 1960 ਵਾਲੇ ਕਿਵੇਂ ਹੋ ਸਕਦੇ ਨੇ? ਅਸ਼ਲੀਲਤਾ ਦੇ ਮਿਆਰ ਹਮੇਸ਼ਾ ਬਦਲਦੇ ਨੇ, ਤੇ ਲੇਖਕ ਦਾ ਕੰਮ ਹੁੰਦਾ ਉਹਨਾਂ ਬਦਲੇ ਹੋਏ ਮਿਆਰਾਂ ਨੂੰ, ਜਿਵੇਂ ਜ਼ਿੰਦਗੀ ਲੋਕ ਜੀ ਰਹੇ ਨੇ, ਉਸ ਜ਼ਿੰਦਗੀ ਨੂੰ ਪੇਸ਼ ਕਰਨਾ। ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਜਿਹੜੀ ਚੱਲਦੀ ਵਿਚਾਰਧਾਰਾ ਆ ਰਹੀ ਆ ਉਹਨੂੰ ਨਵੇਂ ਤਰੀਕੇ ਨਾਲ ਆਪਾਂ ਕਰ ਸਕੀਏ, ਕਾਮ ਸੰਬੰਧਾਂ ਨੂੰ ਪਿੱਛੇ ਰੱਖ ਕੇ? ਨਹੀਂ, ਮੈਂ ਰੱਦ ਕਰ ਰਿਹਾ। ਮੈਂ ਕਾਮ ਸੰਬੰਧਾਂ ਨੂੰ ਪ੍ਰਮੋਟ ਨਹੀਂ ਕਰ ਰਿਹਾ। ਮੈਂ ਉਹਨੂੰ ਦਿਖਾਉਂਦਾ ਹੋਇਆ ਦੱਸ ਰਿਹਾ ਕਿ ਇਹ 'ਚ ਜ਼ਿੰਦਗੀ ਮਾਈਨਸ ਹੋ ਰਹੀ ਹੈ। ਇਹ ਸੰਬੰਧ ਸਿਰਫ ਤੇ ਸਿਰਫ ਪੈਸੇ ਤੇ ਵੱਲ ਵੱਧ ਰਹੇ ਨੇ। ਪਰ ਇਹਦਾ ਪਾਠਕ ਦੀ ਮਾਨਸਿਕਤਾ ਉੱਪਰ ਜਿਹੜਾ ਆ ਨਕਾਰਾਤਮਕ ਪ੍ਰਭਾਵ ਪੈ ਸਕਦਾ। ਹੋ ਸਕਦਾ ਕਿ ਪਾਠਕ ਦੀ ਮਾਨਸਿਕਤਾ ਤੇ ਪਹਿਲੇ ਨਕਾਰਾਤਮਕ ਪ੍ਰਭਾਵ ਪਿਆ। ਜਿਸ ਯੂਥ ਦੇ ਹੱਥ 'ਚ ਮੋਬਾਈਲ ਫੜਿਆ ਹੋਇਆ, ਜੇ ਸਾਰੀ ਦੁਨੀਆ ਨੇ ਬਾਹਰ ਨੂੰ ਸਾਈਟਾਂ ਖੋਲ੍ਹਦੀਆਂ, ਉਹਨੂੰ ਕੀ ਕਹੋਗੇ? ਜਾਂ ਤੇ ਤੁਸੀਂ ਮੋਬਾਈਲ ਨੂੰ ਕੀ ਮਾਈਨਸ ਕਰ ਸਕਦੇ ਹੋ ਹੱਥ 'ਚੋਂ? ਨਹੀਂ ਕਰ ਸਕਦੇ। ਸਾਡਾ ਜਿਹੜਾ TV ਹੈ, ਚੈਨਲ ਇਹ ਕੀ ਆ ਰਿਹਾ, ਮਤਲਬ ਕਿੰਨੇ ਚੈਨਲ ਨੇ ਜਿਹੜੇ ਸਿੱਧੇ ਫਲਾਨਾ, ਉਹ ਕੀ ਕਰ ਰਹੇ ਨੇ? ਤੁਹਾਡੀ ਹਰ ਲੇਖਕ ਨੇ ਆਪਣੇ ਸਮਾਜ 'ਚੋਂ ਰਾਹ ਕੱਢਣਾ ਹੁੰਦਾ।
ਹਰ ਲੇਖਕ ਦਾ ਕੰਮ ਹੈ ਕਿ ਉਹ ਸਾਰੇ ਕੁਝ ਹੋ ਰਹੇ ਇਹ 'ਚੋਂ ਜ਼ਿੰਦਗੀ ਵੱਲ ਨੂੰ ਜਾਂਦਾ ਰਾਹ ਕਿਹੜਾ। ਹਰ ਲੇਖਕ ਦੀ ਆਪਣੀ ਸੋਚ ਨਹੀਂ, ਸੋਚ ਨਹੀਂ, ਉਹ 'ਚ ਜ਼ਿੰਦਗੀ ਵੱਲ ਜਾਂਦਾ ਰਾਹ ਕਿਹੜਾ। ਮੈਂ ਇਹ ਸਾਰਾ ਜੋ ਕੁਝ ਹੋ ਰਿਹਾ ਇੱਕ ਹਫ਼ਤੇ ਬਾਅਦ ਵੱਧ ਰਿਹਾ। ਜੇ ਸਾਡੇ ਕੋਲ ਕਾਮ ਸੰਬੰਧੀ ਉਹ ਇੱਕ ਹਫ਼ਤੇ ਵੱਲ ਵਧੇ, ਮਤਲਬ ਹੁਣ ਮੈਂ ਬਸ ਭੁੱਲ ਜਾਓ ਤੁਹਾਡੇ ਇੱਕ ਸਿਰਫ ਤੇ ਸਿਰਫ ਉਸ ਗੱਲ ਤੱਕ ਸੀਮਤ ਸੈਕਸ ਸੰਬੰਧ ਤੱਕ। ਮੈਂ ਕਹਿੰਦਾ ਮੇਰੇ ਨਾਵਲਾਂ 'ਚ ਇਹ ਸੈਕਸ ਸੰਬੰਧ ਹੈ, ਪਰ ਮੈਂ ਰੱਦ ਕਰ ਰਿਹਾ ਇਹਨੂੰ ਕਿ ਜ਼ਿੰਦਗੀ ਇਹ ਤੋਂ ਪਾਰ ਹੈ। ਜ਼ਿੰਦਗੀ ਬਹੁਤ ਸਾਰੇ ਔਰਤਾਂ ਬਹੁਤ ਸਾਰੇ ਮਰਦ ਭੋਗਣ ਨਾਲ ਨਹੀਂ, ਜ਼ਿੰਦਗੀ ਇਹ ਤੋਂ ਕਿਤੇ ਵੱਖਰੀ ਹੈ, ਜ਼ਿੰਦਗੀ ਕਿਤੇ ਹੋਰ ਥਾਂ ਹੈ। ਇਹ ਜਿਹੜੀ ਸੈਕਸ ਸੰਬੰਧ ਨੇ ਇਹ ਸਿਰਫ ਤੇ ਸਿਰਫ ਉਸ ਕਾਰਪੋਰੇਟ ਵਿਕਾਸ ਮਾਡਲ ਦਾ ਹਿੱਸਾ ਨੇ ਜਿੱਥੇ ਚੀਜ਼ਾਂ ਨੂੰ ਯੂਜ਼ ਐਂਡ ਥਰੋਸ ਅਸੀਂ ਕਰਦੇ ਹੀ ਹਾਂ। ਅਸੀਂ ਚਾਹ ਦਾ ਕੱਪ ਪੀਂਦੇ ਹਾਂ, ਚਾਹ ਦਾ ਕੱਪ ਉੱਥੇ ਸੁੱਟ ਦਿੰਦੇ ਜਿਹੜਾ ਨਾ ਇਹ ਸਾਡੇ ਸੰਬੰਧ ਵੀ ਇਸ ਥਾਂ ਤੇ ਆ ਗਏ। ਤੇ ਮੇਰਾ ਸਾਰਾ ਲਿਟਰੇਚਰ ਹੀ ਇਸ ਗੱਲ ਹੈ ਵੀ ਇਹ ਯੂਜ਼ ਐਂਡ ਥਰੋ ਦਾ ਜਿਹੜਾ ਹੈ ਨਾ ਵਰਤਾਰਾ ਜੀ ਇਹ ਗਲਤ ਹੈ। ਜੇ ਮੈਂ ਬਾਕੀ ਥਾਵਾਂ ਤੇ ਰੱਦ ਕਰਨਾ ਤਾਂ ਮੈਂ ਇੱਥੇ ਵੀ ਕਰ ਰਿਹਾ, ਪਰ ਤੁਸੀਂ ਰੱਦ ਬਿਨਾਂ ਦੇਖ ਨਹੀਂ ਕਰ ਸਕਦੇ। ਤੁਹਾਨੂੰ ਉਹ ਸਮਾਜ ਤਾਂ ਦੱਸਣਾ ਹੀ ਪਊਗਾ ਨਾ ਵੀ ਤੁਸੀਂ ਕਿਸ ਢੰਗ ਨਾਲ ਜੀ ਰਹੇ ਹੋ ਜੀ। ਇਹ ਹੈ। ਪਰ ਇੱਕ ਮਾਰਕਸਵਾਦੀ ਨਕਸਲਵਾਦੀ ਲਹਿਰ ਚੋਂ ਉੱਠਿਆ ਹੋਇਆ ਲੇਖਕ ਉਹ ਸੈਕਸ ਦੇ ਜਿਹੜੇ ਕਾਮ ਸੰਬੰਧ ਆ ਉਹਨਾਂ ਬਾਰੇ ਗੱਲ ਕਰਦਾ ਆ, ਕੀ ਇਹ ਸਹੀ ਆ? ਬਿਲਕੁਲ ਠੀਕ ਹੈ। ਮੈਂ ਕਹਿੰਦਾ ਕਿਉਂਕਿ ਨਕਸਲੀ ਜਾਂ ਕਮਿਊਨਿਸਟ ਲਹਿਰ ਐਗਜ਼ਿਸਟ ਕਿੱਥੇ ਕਰਦੀ ਹੈ? ਉਹਨਾਂ ਲੋਕਾਂ ਨੇ ਵਧਣੀ ਹੈ। ਕੋਈ ਲਹਿਰ ਖਲਾਅ ਚੋਂ ਨਹੀਂ ਪੈਦਾ ਹੁੰਦੀ, ਖਲਾਅ ਚੋਂ ਵੱਧ ਨਹੀਂ ਸਕਦੀ। ਉਹ ਉਸ ਸਮਾਜ ਚੋਂ ਡਿਵੈਲਪ ਹੋਣੀ ਹੈ ਤੇ ਉਹ ਸਮਾਜ ਨੂੰ ਪੜੂਗੀ ਤਦ ਹੀ ਕਰੂਗੀ ਨਾ। ਮੈਨੂੰ ਲੱਗਦਾ ਕਮਿਊਨਿਸਟ ਲਹਿਰ ਦੇ ਜਿਹੜੇ ਨਾ ਸੁੰਗੜਨ ਦੇ ਕਾਰਨਾਂ 'ਚ ਵੀ ਇੱਕ ਇਹ ਹੈ ਕਿ ਅਸੀਂ ਇੱਕ ਜਿਹੜਾ ਸਾਡੇ ਮਨ ਸਮਾਜ ਸੀ ਨਾ, ਇੱਕ ਮਨ 'ਚ ਜਿਹੜਾ ਆਈਡੀਆ ਵਸਿਆ ਸੀ, ਅਸੀਂ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਹੋਣਾ ਉਲਟਾ ਹੈ ਕਿ ਜੋ ਕੁਛ ਲੋਕ ਜੀ ਰਹੇ ਨੇ, ਜੋ ਕੁਛ ਬਾਹਰ ਵਰਤਾਰਾ ਵਾਪਰਿਆ, ਉਹਦੇ 'ਚੋਂ ਉਹ ਸੰਕੇਤ ਫੜੇ ਜਾਣ ਜਿਹੜੇ ਉਸ ਲਾਈਫ ਨੂੰ ਰੱਦ ਕਰਕੇ ਦੂਜੇ ਪਾਸੇ ਵੱਲ ਜਾ ਰਹੇ। ਮੈਂ ਉਹ ਸੰਕੇਤ ਫੜਨ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਇਸ ਲਾਈਫ ਵਿੱਚ ਜਿਹੜੀ ਲਾਈਫ ਜੀਵੀ ਜਾ ਰਹੀ ਹੈ ਇਹਦੇ 'ਚ ਅਲਟਰਨੇਟਿਵ ਕੀ ਹੋ ਸਕਦਾ। ਜਿਵੇਂ ਫਾਰ ਐਗਜ਼ਾਮਪਲ ਜਿਹੜੇ ਲਿਵ ਇਨ ਰਿਲੇਸ਼ਨ ਹੈ, ਮੈਂ ਇਹਨੂੰ ਪੋਜ਼ੀਟਿਵ ਸਾਈਨ ਮੰਨਦਾ। ਜਿਹੜਾ ਸਿੰਗਲ ਮਾਪਾ ਰਹਿਣ ਦਾ ਰੁਝਾਨ ਹੈ, ਮਤਲਬ ਨਵਾਂ ਪਰਿਵਾਰ ਬਣੇ, ਮੈਂ ਇਹਨੂੰ ਪੋਜ਼ੀਟਿਵ ਰੁਝਾਨ ਮੰਨਦਾ ਕਿਉਂਕਿ ਪਰਿਵਾਰ ਦੇ ਅਜੋਕੇ ਜਿਹੜਾ ਮਾਡਲ 'ਚ ਜਿਹੜਾ ਅੱਜ ਦੇ ਦੌਰ 'ਚ ਮਾਡਲ ਹੈ ਇਹਦੇ 'ਚ ਕਿਤੇ ਨਾ ਕਿਤੇ ਬਹੁਤ ਵੱਡੀਆਂ ਗੜਬੜੀਆਂ ਨੇ। ਇਹੋ ਹੀ ਕਾਰਨ ਹੈ ਕਿ ਸਾਡਾ ਜਿਹੜਾ ਬਾਹਰ ਜਿਹੜੀ ਸੈਕਸੁਅਲਿਟੀ ਦੇ ਜਿਹੜੇ ਕ੍ਰਾਈਮ ਹੈ ਵੱਧ ਰਹੇ ਨੇ, ਇਹਨੂੰ ਕਿਤੇ ਨਾ ਕਿਤੇ ਬਦਲਣ ਦੀ ਲੋੜ ਹੈ। ਇਹ ਕਿਤੇ ਬਦਲ ਜਾਣਾ, ਮਤਲਬ ਸਾਡੇ ਚਾਹਿਆ ਨਾ ਚਾਹਿਆ ਕੁਛ ਨਹੀਂ ਹੋਣਾ। ਜੇ ਸਿੰਗਲ ਪੇਰੈਂਟਸ ਦੇ ਰੁਝਾਨ ਵੱਧ ਰਿਹਾ ਇਹ ਕਿਸੇ ਨੇ ਲਿਆਉਂਦਾ ਥੋੜਾ, ਇਹ ਲੋੜਾਂ 'ਚ ਉਪਜਿਆ। ਜੇ ਲਿਵਨ ਦਾ ਰੁਝਾਨ ਹੈ ਤੇ ਇਹ ਪ੍ਰਚਾਰਨਾ ਤਾਂ ਨਹੀਂ ਆਇਆ, ਇਹ ਲੋੜਾਂ 'ਚ ਉਪਜਿਆ। ਤੇ ਸਾਨੂੰ ਜਿਹੜੀਆਂ ਨਵੀਆਂ ਲੋੜਾਂ ਨੇ ਇਹ ਕਿਤੇ ਨਾ ਕਿਤੇ ਨਵੇਂ ਸਮਾਜ ਦੀਆਂ ਹਾਣੀ ਨੇ। ਨਵੇਂ ਜਿਹੜਾ ਨਵਾਂ ਸਮਾਜ ਉਸਰਿਆ, ਜਿੱਧਰ ਨੂੰ ਸਮਾਜ ਜਾ ਰਿਹਾ, ਤੇ ਇਹ ਲੋੜਾਂ 'ਚੋਂ ਜਿਹੜਾ ਸਮਾਜ ਉਸਰਿਆ ਮਾਰਕਸਵਾਦ ਨੂੰ ਇਹਨਾਂ ਨੂੰ ਸਮਝਣ ਦੀ ਲੋੜ। ਮਤਲਬ ਤੁਸੀਂ ਮੰਨਦੇ ਹੋ ਕਿ ਪੱਛਮੀ ਸੱਭਿਅਤਾ ਜਾਂ ਫਿਰ ਵਿਦੇਸ਼ੀ ਵਿਚਾਰਧਾਰਾ ਜਿਹੜੀ ਸਾਡੇ ਉੱਪਰ ਹਾਵੀ ਹੁੰਦੀ ਪਈ ਆ ਇਸ ਚੀਜ਼ ਨੂੰ ਲੈ ਕੇ? ਦੋ ਗੱਲਾਂ ਨੇ। ਜੇ ਡਿਵੈਲਪਮੈਂਟ ਦਾ ਮਾਡਲ ਅਸੀਂ ਉਹ ਲੈਣਾ ਤੇ ਫਿਰ ਅਸੀਂ ਬਾਕੀ ਤੋਂ ਕਿੱਦਾਂ ਬਚ ਸਕਦੇ ਆ? ਸਮਾਜ ਹੈ ਨਾ ਸਾਡੇ ਕੋਲ ਆਪਣਾ ਜਿਹੜਾ ਸਾਡੇ ਕੋਲ ਡਿਵੈਲਪਮੈਂਟ ਦਾ ਮਾਡਲ ਉਹ ਕਿੱਥੋਂ ਆਇਆ? ਸਾਡੇ ਕੋਲ ਸਾਰਾ ਜਿਹੜਾ ਸਰਵਿਸ ਸੈਕਟਰ ਹੈ ਇਹ ਕਿੱਥੋਂ ਆਇਆ? ਸਾਡੇ ਕੋਲ ਇੰਡਸਟਰੀ ਕਿੱਥੋਂ ਆਈ ਹੈ? ਮਤਲਬ ਅਸੀਂ ਸਿਰਫ ਵਿਕਾਸ ਤੇ ਜਿਹੜਾ ਇੱਕ ਮਾਡਲ ਜੀਵਨ ਨੂੰ ਕਿਉਂ ਕਹਿੰਦੇ, ਅਸੀਂ ਇਹ ਚਾਹੁੰਦੇ ਹਾਂ ਵੀ ਬਾਕੀ ਸਾਰਾ ਕੁਝ ਤਾਂ ਉਹ ਹੋਵੇ, ਸਿਰਫ ਜੀਣਾ ਵੱਖਰਾ ਹੋਵੇ। ਇਹ ਕਿੱਦਾਂ ਹੋ ਸਕਦਾ? ਜੇ ਇੰਡਸਟਰੀ ਆਊਗੀ ਤੇ ਉਹਦੇ ਨਾਲ ਚੀਜ਼ਾਂ ਹੀ ਬਣਨਗੀਆਂ ਤੇ ਉਹ ਚੀਜ਼ਾਂ ਤੁਹਾਡੀ ਜ਼ਿੰਦਗੀ ਦਖਲ ਦੇ ਕੇ ਤੁਹਾਨੂੰ ਬਦਲਣਗੀਆਂ ਵੀ। ਜੇ ਸਰਵਿਸ ਸੈਕਟਰ ਆਊਗਾ ਤੇ ਸਰਵਿਸ ਸੈਕਟਰ 'ਚ ਨੌਕਰੀਆਂ ਪੈਦਾ ਹੋਣਗੀਆਂ ਤੇ ਯੂਥ ਘਰੋਂ ਬਾਹਰ ਵੀ ਆਊਗਾ ਤੇ ਯੂਥ ਘਰੋਂ ਬਾਹਰ ਆਊਗਾ ਤੇ ਉਹਨਾਂ ਬਦਲੂਗਾ। ਮਤਲਬ ਕਿਤੇ ਨਾ ਕਿਤੇ ਇਸ ਚੀਜ਼ ਦਾ ਪ੍ਰਭਾਵ ਮੰਨਿਆ ਜਾ ਸਕਦਾ। ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ ਨਾ, ਅਸਲ 'ਚ ਕੀ ਹੈ, ਸਾਡੀਆਂ ਸਰਕਾਰਾਂ ਤੇ ਸਾਡੇ ਬਹੁਤ ਸਾਰੇ ਥਿੰਕਰ ਇਹ ਚੀਜ਼ਾਂ ਨੂੰ ਸਮੁੱਚਤ ਨਹੀਂ ਦੇਖਦੇ। ਉਹ ਦੇਖਦੇ ਨੇ ਵੀ ਜੇ ਤਾਂ ਇੰਡਸਟਰੀ ਆ ਗਈ ਫਿਰ ਤਾਂ ਅਸੀਂ ਵਿਕਾਸ ਕਰ ਰਹੇ ਹਾਂ, ਜੇ ਤਾਂ ਪਿੰਡ ਤੱਕ ਸੜਕ ਬਹਿ ਰਹੀ ਹੈ ਫਿਰ ਅਸੀਂ ਵਿਕਾਸ ਕਰ ਰਹੇ ਹਾਂ, ਤੇ ਜੇ ਮੁੰਡੇ ਕੁੜੀਆਂ ਜੀਨਸਾਂ ਪਾ ਕੇ ਜਾਂ ਟੌਪ ਪਾ ਕੇ ਬਾਹਰ ਨੂੰ ਜਾਂਦੇ ਫਿਰ ਸਾਡੇ ਕੋਲ ਪੱਛਮੀ ਪ੍ਰਭਾਵ ਹੈ। ਤੇ ਸਾਡੇ ਕੋਲ ਮੌਲਿਕ ਪ੍ਰਭਾਵ ਕਿਹੜਾ? ਫਿਰ ਮੌਲਿਕ ਪ੍ਰਭਾਵ ਕੀ ਸਿਰੇ ਕੀ ਬਦਲ ਦੌਰ ਜਾ ਕੇ ਜੀ ਸਕਦੇ ਹਾਂ? ਕੌਣ ਜੀ ਸਕਦਾ? ਕੀ ਅਸੀਂ ਆਪਣੀਆਂ ਕੁੜੀਆਂ ਨੂੰ ਜਾਂ ਆਪਣੀਆਂ ਧੀਆਂ ਨੂੰ ਇਹ ਕਹਿ ਸਕਦੇ ਹਾਂ ਕਿ ਉਹ ਫੁਲਕਾਰੀਆਂ ਘਰ ਕੱਢਣ ਤੇ ਕੋਈ ਨਾ ਪੜ੍ਹਨ ਕਾਲਜ ਜਾਣ ਨਾ ਨੌਕਰੀ ਕਰ? ਸਮੇਂ ਦਾ ਬਦਲਾਅ ਆ ਗਿਆ। ਇਹ ਜਿਹੜਾ ਤੁਹਾਡੇ ਤੇ ਸਮਾਜ ਦਾ ਬਦਲਾਅ ਆ ਰਿਹਾ ਨਾ, ਉਹਨੇ ਲਾਈਫ ਤੇ ਪ੍ਰਭਾਵ ਪਾਉਣੇ ਹੁੰਦੇ ਆ। ਇਹ ਕੁਛ ਲੋਕਾਂ ਦਾ ਸ਼ੌਕ ਹੈ, ਖਾਸ ਕਰਕੇ ਸਰਕਾਰਾਂ ਦਾ, ਤੇ ਜਿਹੜੇ ਸਰਕਾਰਾਂ ਦੇ ਟੁੱਤੂ ਹੁੰਦੇ ਆ ਇੰਟਲੈਕਚੁਅਲ ਵੀ ਸਾਡੇ ਤੇ ਪੱਛਮੀ ਪ੍ਰਭਾਵ ਆ ਰਿਹਾ।
ਵੀ ਅਸੀਂ ਤਾਂ ਸਾਰੇ ਕੁਛ ਹੀ, ਅਸੀਂ ਹਵਾਈ ਜਹਾਜ਼ ਚੜ੍ਹਨੇ, ਕਾਰਾਂ, ਮੰਤਰੀ ਮੰਡਲ ਫੈਸਲਾ ਕਰਦਾ ਵੀ ਜਿਹੜੀ ਨਵੀਂ ਮਾਡਲ ਦੀ ਕਾਰ ਹੈ ਉਹ ਲਿਓ। ਤੁਸੀਂ ਉੱਥੇ ਕਿਉਂ ਨਹੀਂ ਕਰਦੇ ਵੀ ਅਸੀਂ ਟਾਂਗੇ 'ਤੇ ਬਹਿਣਾ? ਨਵੀਂ ਜ਼ਿੰਦਗੀ ਨੇ ਆਪਣੇ ਅਨੁਸਾਰ, ਨਵੇਂ ਜਿਹੜੀ ਡਿਵੈਲਪਮੈਂਟ ਹੈ ਉਹਨੇ ਆਪਣੇ ਅਨੁਸਾਰ ਜ਼ਿੰਦਗੀ ਘੜਨੀ ਹੁੰਦੀ ਹੈ। ਇਹ ਨਾ ਪੱਛਮ ਦਾ ਪ੍ਰਭਾਵ ਹੈ ਨਾ ਪੂਰਬ ਦਾ ਪ੍ਰਭਾਵ ਹੈ, ਇਹ ਤਾਂ ਉਸ ਡਿਵੈਲਪਮੈਂਟ ਦੇ ਮਾਡਲ 'ਚੋਂ ਨਿਕਲਿਆ ਹੋਇਆ ਸਾਰਾ ਕੁਝ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਜਿਹੜੇ ਖਾਸ ਮਹਿਮਾਨ ਸੀਗੇ ਬਲਵੀਰ ਪਰਵਾਨਾ ਜੀ, ਉਹਨਾਂ ਨੇ ਸਾਹਿਤ ਬਾਰੇ, ਆਪਣੇ ਸਾਹਿਤ ਬਾਰੇ ਖੁੱਲ੍ਹ ਕੇ ਸਾਡੇ ਨਾਲ ਗੱਲਬਾਤ ਕੀਤੀ। ਮੈਂ ਪਰਵਾਨਾ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਆਪਣਾ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ ਪਰਵਾਨਾ ਜੀ।